ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਸ ਮਨੁੱਖ ਦੇ ਮਨ ਦੇ ਵਿੱਚ ਵੀ ਤੇ ਫਿਰ ਜ਼ੁਬਾਨ ਦੇ ਉੱਤੇ ਵੀ ਸੱਚਾ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਮਨ ਸਾਚਾ ਮੁਖ ਸਾਚਾ ਸੋਏ। ਤੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਉਹ ਨਹੀਂ ਓਨੀ ਸਮਰੱਥਾ ਦਾ ਮਾਲਕ ਮੰਨਦਾ। ਭਾਵ ਕਿ ਸਾਰਾ ਕੁਝ ਉਹ ਵਾਹਿਗੁਰੂ ਨੂੰ ਮੰਨਦਾ ਹੈ, ਉਹਦੇ ਤੋਂ ਬਿਨਾਂ ਉਹਦਾ ਹੋਰ ਕਿਸੇ ਦੇ ਉੱਤੇ ਭਰੋਸਾ ਨਹੀਂ। ਅਵਰ ਨਾ ਪੇਖੈ ਏਕਸ ਬਿਨ ਕੋਏ। ਇੱਕ ਮਾਲਕ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਵੇਖਦਾ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹੜਾ ਬ੍ਰਹਮ ਗਿਆਨੀ ਹੈ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਾਈ ਉਹਦੇ ਇਹ ਲੱਛਣ ਨੇ। ਮਤਲਬ ਉਹਦੇ ਕਰਮਾਂ ਤੋਂ ਤੇ ਉਹਦੀ ਜ਼ਿੰਦਗੀ ਜੀਣ ਤੋਂ ਪਤਾ ਲੱਗ ਸਕਦਾ ਹੈ ਵੀ ਜਿਹੜਾ ਬੰਦਾ ਇਹ ਕਰਮ ਕਰਦਾ ਪਿਆ ਹੈ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਬ੍ਰਹਮ ਗਿਆਨੀ ਹੈ। ਸਤਿਗੁਰੂ ਜੀ ਦੀ ਜਿਹੜੀ ਬਾਣੀ ਦੀ ਕੱਲ ਅਸੀਂ ਅਸ਼ਟਪਦੀ ਵਿਚਾਰੀ ਸੀ, ਉਹਦੇ ਵਿੱਚ ਸਾਧੂ ਦੇ ਗੁਣ ਬੋਲੇ ਸੀ ਵੀ ਸਾਧੂ ਦੇ ਕੋਲ ਰਿਆਂ ਸਾਡੀ ਜ਼ਿੰਦਗੀ 'ਚ ਕੀ ਤਬਦੀਲੀ ਆਉਂਦੀ ਹੈ। ਇੱਦਾਂ ਇੱਕ ਧਾਰਮਿਕ ਅਵਸਥਾ ਹੈ, ਉਹਦਾ ਜਿਹੜਾ ਬੰਦਾ ਉਸ ਅਵਸਥਾ ਦੇ ਉੱਤੇ ਪਹੁੰਚ ਜਾਂਦਾ ਹੈ ਉਹਦੇ ਲਈ ਫਿਰ ਸ਼ਬਦ ਵਰਤਿਆ ਜਾਂਦਾ ਹੈ ਬ੍ਰਹਮ ਗਿਆਨੀ। ਬ੍ਰਹਮ ਦਾ ਮਤਲਬ ਹੈ ਅਕਾਲ ਵਾਹਿਗੁਰੂ। ਗਿਆਨੀ ਦਾ ਮਤਲਬ ਹੋ ਗਿਆ ਜਿਹੜਾ ਉਹਨੂੰ ਸਮਝ ਲੈਂਦਾ ਹੈ, ਉਹਦੇ ਨਾਲ ਜਿਹਦੀ ਜਾਣ ਪਹਿਚਾਣ ਹੋ ਜਾਂਦੀ ਹੈ। ਤੇ ਉਹਦੇ ਲਈ ਫਿਰ ਇੱਕ ਸ਼ਬਦ ਵਰਤਿਆ ਗਿਆ ਬ੍ਰਹਮ ਗਿਆਨੀ, ਭਾਵ ਕਿ ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮ ਦੀ ਜਾਣਕਾਰੀ ਰੱਖਣ ਵਾਲਾ। ਇਹ ਧਾਰਮਿਕ ਅਵਸਥਾ ਹੈ। ਨਾ ਤੇ ਕੋਈ ਇੱਦਾਂ ਕਹਿ ਲਈਏ ਵੀ ਨਾਮ ਰਖਵਾ ਲਿਆ ਹੈ ਤੇ ਨਾਮ ਰੱਖਣ ਦੇ ਨਾਲ ਕੋਈ ਬ੍ਰਹਮ ਗਿਆਨੀ ਹੋ ਗਿਆ, ਇੱਦਾਂ ਨਹੀਂ ਕਦੀ ਹੋ ਪਾਉਂਦਾ। ਤੇ ਫਿਰ ਭਾਵੇਂ ਉਹਦੇ ਹਜ਼ਾਰਾਂ ਚੇਲੇ ਹੋਣ ਤੇ ਹਜ਼ਾਰਾਂ ਚੇਲੇ ਧੱਕੇ ਨਾਲ ਹੀ ਮਨਾਈ ਜਾਣ ਦੁਨੀਆ ਨੂੰ ਵੀ ਸਾਡਾ ਬਾਬਾ ਬ੍ਰਹਮ ਗਿਆਨੀ ਹੈ, ਇੱਦਾਂ ਵੀ ਬ੍ਰਹਮ ਗਿਆਨੀ ਨਹੀਂ ਹੋਇਆ ਜਾਂਦਾ। ਉਹਦੇ ਲਈ ਕੁਝ ਗੁਣ ਨੇ, ਉਹਦੇ ਲਈ ਕੁਝ ਨਿਸ਼ਾਨੀਆਂ ਨੇ, ਤੇ ਮਹਾਰਾਜ ਜੀ ਨੇ ਉਹ ਇਸ ਅਸ਼ਟਪਦੀ ਦੇ ਅੰਦਰ ਬੋਲੀਆਂ ਨੇ। ਤੇ ਮੈਂ ਬੇਨਤੀ ਕਰ ਦੇਵਾਂ, ਸਾਡੇ ਦੇਸ਼ ਦੇ ਹਾਲ ਇੱਦਾਂ ਦੇ ਵੀ ਨੇ ਵੀ ਜਿੱਦਾਂ ਇੱਕ ਤੇ ਗੱਲ ਕਹੀ ਜਾਂਦੀ ਹੁੰਦੀ ਸੀ ਨਾ ਵੀ ਅਖਾਣ ਜਿਹਾ ਪੰਜਾਬੀ ਦੇ ਵਿੱਚ ਬੋਲਿਆ ਜਾਂਦਾ ਹੁੰਦਾ ਵੀ ਇੱਟ ਪੁੱਟੋ ਤੇ ਥੱਲਿਓਂ ਬਾਬੇ ਨਿਕਲਦੇ ਨੇ ਸਾਡੇ। ਤੇ ਹੁਣ ਤੇ ਉਹ ਕਹਿੰਦੇ ਨੇ ਵੀ ਥੋੜ੍ਹਾ ਜਿਹਾ ਪਾਸਾ ਬਦਲ ਗਿਆ, ਹੁਣ ਤੇ ਇੱਟ ਦੇ ਉੱਤੇ ਹੀ ਇੰਨੇ ਬੈਠੇ ਨੇ ਵੀ ਤੁਹਾਨੂੰ ਗਿਣਤੀ ਕਰਨੀ ਔਖੀ ਹੋ ਜਾਵੇਗੀ। ਹਰ ਗਲੀ ਦਾ ਇੱਕ ਬਾਬਾ, ਹਰ ਗਲੀ ਦਾ ਇੱਕ ਆਪਣਾ ਪਰਸਨਲ ਸਾਧੂ। ਤੇ ਫਿਰ ਕੀ ਹੁੰਦਾ ਹੈ, ਉਹ ਤਰੀਕਿਆਂ ਦੇ ਨਾਲ ਆਪਣੇ ਪਾਸੇ ਵੱਲ ਦੁਨੀਆ ਨੂੰ ਖਿੱਚਦਾ ਹੈ। ਤੁਸੀਂ ਕਿਤੇ ਵੇਖ ਲੈਣਾ, ਮੈਂ ਅਕਸਰ ਇਸ ਬੇਨਤੀ ਨੂੰ ਕਰਦਾ ਹੁੰਦਾ ਹਾਂ, ਠੀਕ ਹੈ ਜਿੱਥੋਂ ਚੰਗੀ ਗੱਲ ਮਿਲਦੀ ਹੈ ਉੱਥੋਂ ਗੱਲ ਸਿੱਖਣੀ ਚਾਹੀਦੀ ਹੈ, ਗੱਲ ਸਮਝਣੀ ਚਾਹੀਦੀ ਹੈ। ਪਰ ਐਵੇਂ ਲਾਈ ਲੱਗ ਬਣ ਕੇ ਨਹੀਂ ਵੀ ਇੱਕ ਦੀਆਂ ਫੋਟੋਆਂ ਵਿਕਣ ਲੱਗ ਪਈਆਂ ਤੇ ਮਗਰ ਅਸੀਂ ਵੀ ਲੈਣ ਦੀਆਂ ਆਪਣੇ ਘਰਾਂ ਦੇ ਵਿੱਚ ਵੀ ਦੁਨੀਆ ਖਰੀਦਦੀ ਪਈ ਸੀ ਤੇ ਅਸੀਂ ਵੀ ਲੈ ਆਈਏ। ਇੱਦਾਂ ਦੇ ਲਾਈ ਲੱਗ ਨਹੀਂ ਬਣਨਾ। ਸਮਝ ਹੋਣੀ ਚਾਹੀਦੀ ਹੈ ਵੀ ਵਾਕਿਆ ਹੀ ਜਿਹਦੇ ਬਾਰੇ ਦੁਨੀਆ ਇੱਦਾਂ ਦੀ ਗੱਲ ਕਰਦੀ ਪਈ ਹੈ ਕਿ ਸੱਚੀ ਇੱਦਾਂ ਦਾ ਹੈ। ਕਿਤੇ ਐਵੇਂ ਤਾਂ ਨਹੀਂ ਵੀ ਨਾਮ ਰਖਾ ਲਿਆ, ਕਿਉਂਕਿ ਤੁਹਾਨੂੰ ਵੀ ਪਤਾ ਹੈ ਅੱਜ ਕੱਲ੍ਹ ਜਿਹੜਾ ਸਮਾਂ ਚੱਲਦਾ ਪਿਆ ਹੈ ਨਾ, ਉਹ ਪ੍ਰਮੋਟ ਕਰਨ ਦਾ ਸਮਾਂ ਚੱਲਦਾ ਪਿਆ ਹੈ। ਜਿਹਦੀ ਜਿੰਨੀ ਪ੍ਰਮੋਸ਼ਨ ਹੋ ਜਾਵੇ ਉਹਦਾ ਓਨਾ ਨਾਂ ਉੱਤੇ ਆ ਜਾਂਦਾ ਹੈ, ਅਤੇ ਜਿਹਦੀ ਫਿਰ ਸਰਕਾਰ ਪ੍ਰਮੋਸ਼ਨ ਕਰਦੀ ਹੋਵੇ ਉਹਦੇ ਫੋਲੋਵਰ ਵੀ ਦਿਨਾਂ ਦੇ ਵਿੱਚ ਵੱਧਦੇ ਨੇ ਅਤੇ ਸਰਕਾਰ ਦੀਆਂ ਵੋਟਾਂ ਵੀ ਨਾਲ ਵੱਧ ਜਾਂਦੀਆਂ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬੜੇ ਤਰੀਕੇ ਦੇ ਨਾਲ ਸਮਝਣਾ ਹੁੰਦਾ ਹੈ। ਇਹ ਨਹੀਂ ਵੀ ਚਾਰ ਜਾਣਿਆਂ ਨੇ ਮਿਲ ਕੇ ਕਹਿ ਦਿੱਤਾ ਵੀ ਉਹ ਬ੍ਰਹਮ ਗਿਆਨੀ ਹੈ ਅਤੇ ਅਸੀਂ ਵੀ ਮੰਨਣ ਲੱਗ ਪਏ। ਮਹਾਰਾਜ ਜੀ ਨੇ ਸਾਡੇ ਸਾਹਮਣੇ ਇਸ ਪੂਰੀ ਅਸ਼ਟਪਦੀ ਦੇ ਅੰਦਰ ਇਸ ਗੱਲ ਨੂੰ ਬੋਲਿਆ ਹੈ ਵੀ ਬ੍ਰਹਮ ਗਿਆਨੀ ਹੁੰਦਾ ਕਿੱਦਾਂ ਦਾ ਹੈ। ਇਹ ਨਹੀਂ ਵੀ ਹੁੰਦੇ ਨਹੀਂ ਨੇ, ਹੁੰਦੇ ਵੀ ਨੇ। ਜਿੱਦਾਂ ਕਈਆਂ ਨੇ ਇਸ ਗੱਲ ਨੂੰ ਕੰਡੈਮ ਹੀ ਕਰ ਦਿੱਤਾ ਵੀ ਨਹੀਂ ਕੁਝ ਹੈ ਹੀ ਨਹੀਂ, ਇੱਦਾਂ ਦੀ ਗੱਲ ਵੀ ਨਹੀਂ। ਸੰਤ ਵੀ ਹੈ, ਸਾਧ ਵੀ ਹੈ, ਬ੍ਰਹਮ ਗਿਆਨੀ ਵੀ ਹੈ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ, ਕਰੋੜਾਂ ਦੇ ਵਿੱਚੋਂ ਇੱਕ ਹੈ, ਬਹੁਤ ਵਿਰਲੇ। ਤੇ ਮਹਾਰਾਜ ਜੀ ਦੀ ਬਾਣੀ ਦਾ ਤੁਸੀਂ ਬਚਨ ਰੋਜ਼ ਪੜ੍ਹ ਕੇ ਸੌਂਦੇ ਜੇ। ਹਜ਼ੂਰ ਕਹਿੰਦੇ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਤਰਦਾ ਕੇਵਲ ਤੇ ਕੇਵਲ ਉਹ ਹੈ, ਬਾਕੀ ਜਾਣੇ ਬਸ ਐਵੇਂ ਹੀ ਨੇ ਵੀ ਕਦੀ ਇੱਧਰ ਹੋ ਗਏ ਤੇ ਕਦੀ ਉੱਧਰ ਹੋ ਗਏ। ਪਾਰ ਹੋਣ ਦਾ ਤਰੀਕਾ ਕੇਵਲ ਤੇ ਕੇਵਲ ਉਹਦੇ ਕੋਲ ਹੈ।
ਹਜ਼ੂਰ ਕਹਿੰਦੇ ਨੇ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ। ਬਾਬਾ ਫਰੀਦ ਜੀ ਦਾ ਇੱਕ ਬੋਲ ਹੈ, ਹਜ਼ੂਰ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜਿਨ੍ਹਾਂ ਦੀ ਜ਼ੁਬਾਨ ਕੁਝ ਹੋਰ ਕਹਿੰਦੀ ਹੈ ਪਰ ਦਿਲ ਕੁਝ ਹੋਰ ਕਹਿੰਦਾ ਹੈ, ਉਹ ਧਾਰਮਿਕ ਤੌਰ ਦੇ ਉੱਤੇ ਕੱਚੇ ਬੰਦੇ ਨੇ, ਕਬੂਲ ਨਹੀਂ ਨੇ, ਪ੍ਰਵਾਨ ਨਹੀਂ ਨੇ, ਔਰ ਕਦੀ ਪਰਫੈਕਟ ਨਹੀਂ ਹੋ ਸਕਦੇ ਜਿਨ੍ਹਾਂ ਦਾ ਦਿਲ ਕੁਝ ਹੋਰ ਕਹਿੰਦਾ ਹੈ ਤੇ ਜ਼ੁਬਾਨ ਕੁਝ ਹੋਰ ਕਹਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਜਿਹਦਾ ਦਿਲ ਤੇ ਜ਼ੁਬਾਨ ਇੱਕ ਹੋ ਗਈ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਕਹਿ ਕੇ ਤੇ ਅਸੀਂ ਅਗਲੀ ਗੱਲ ਕਰਾਂਗੇ। ਕਹਿੰਦੇ ਪਈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਿਆਂ, ਉਹਦੀ ਭਗਤੀ ਕਰਦਿਆਂ ਸਾਡੀ ਜਿਹੜੀ ਜ਼ਿੰਦਗੀ 'ਚ ਬਦਲਾਅ ਆਉਂਦਾ ਹੈ, ਉਹਦਾ ਬਦਲਾਅ ਹੀ ਸਭ ਤੋਂ ਪਹਿਲਾਂ ਇਹ ਹੈ ਵੀ ਸਾਡੀ ਜ਼ੁਬਾਨ ਤੇ ਸਾਡਾ ਦਿਲ ਇੱਕ ਹੋ ਜਾਂਦੇ ਨੇ। ਇਹ ਨਹੀਂ ਹੁਣ ਅਸੀਂ ਜਦੋਂ ਚੱਲਦੇ ਹਾਂ ਨਾ ਤੇ ਬੜੀਆਂ ਗੱਲਾਂ ਸਾਡੀ ਜ਼ੁਬਾਨ ਬੋਲਦੀ ਹੈ ਪਰ ਦਿਲ ਨਹੀਂ ਮੰਨਦਾ ਹੁੰਦਾ, ਤੇ ਬੜੀਆਂ ਗੱਲਾਂ ਸਾਡਾ ਦਿਲ ਬੋਲਦਾ ਹੈ ਪਰ ਜ਼ੁਬਾਨ ਦੇ ਉੱਤੇ ਅਸੀਂ ਨਹੀਂ ਲੈ ਆਉਂਦੇ। ਕਿਉਂ? ਸਾਨੂੰ ਪਤਾ ਹੈ ਵੀ ਸਮਾਜ ਦੇ ਵਿੱਚ ਇਹ ਗੱਲਾਂ ਕੁਝ ਹੋਰ ਅਰਥ ਰੱਖਦੀਆਂ ਨੇ। ਸਾਡੀ ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਦਿਲ ਕੁਝ ਹੋਰ ਕਹਿੰਦਾ ਹੈ ਬਹੁਤਿਆਂ ਮਾਮਲਿਆਂ ਦੇ ਉੱਤੇ। ਪਰ ਸਤਿਗੁਰੂ ਕਹਿੰਦੇ ਨੇ ਜਿਹਦੀ ਜ਼ੁਬਾਨ ਤੇ ਦਿਲ ਇੱਕ ਹੋ ਗਿਆ ਹੈ, ਜੋ ਦਿਲ ਸੋਚਦਾ ਹੈ ਉਹਦੀ ਜ਼ੁਬਾਨ ਤੋਂ ਕਹਿਣ ਤੋਂ ਹਿੰਮਤ ਹੈ, ਤੇ ਜੋ ਜ਼ੁਬਾਨ ਕਹਿੰਦੀ ਹੈ ਦਿਲ ਵੀ ਉਹਨੂੰ ਐਕਸੈਪਟ ਕਰਦਾ ਪਿਆ ਹੈ। ਦਾਤਾਰ ਦਾ ਬਚਨ ਹੈ ਭਾਈ ਗੁਰਦਾਸ ਸਾਹਿਬ ਜੀ ਦਾ, ਚਰਨ ਸ਼ਰਨ ਮਨ ਬਚ ਕਰਮ ਇਕੱਤਰ ਭਏ, ਗਮਿਤਾ ਤ੍ਰਿਕਾਲ ਤ੍ਰਿਭਵਨ ਸੁਧ ਪਾਈ ਹੈ। ਇੱਕ ਤੇ ਮਨ ਇੱਕ ਹੋ ਗਿਆ, ਇੱਕ ਦਿਲ ਇੱਕ ਹੋ ਗਿਆ, ਤੇ ਇੱਕ ਕਰਮ ਵੀ ਇੱਕ ਹੋ ਗਏ। ਮਨ ਬਚ ਤੇ ਕਰਮ ਕਰਕੇ ਇੱਕ ਹੋ ਜਾਣਾ, ਇਹ ਨਹੀਂ ਕਰਮ ਕੁਝ ਹੋਰ, ਜ਼ੁਬਾਨ ਕੁਝ ਹੋਰ ਤੇ ਦਿਲ ਕੁਝ ਹੋਰ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹਦੇ ਮੁਖ ਦੇ ਉੱਤੇ ਤੇ ਜਿਹਦੇ ਦਿਲ ਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਤੇ ਉਹਦੇ ਤੋਂ ਬਿਨਾਂ ਜਿਹੜਾ ਹੋਰ ਕਿਸੇ ਨੂੰ ਵੀ ਨਹੀਂ ਵੇਖਦਾ ਹੈ। ਇਹ ਲੱਛਣ ਨੇ, ਇਹਨਾਂ ਤੋਂ ਪਤਾ ਲੱਗਦਾ ਵੀ ਉਹ ਬੰਦਾ ਬ੍ਰਹਮ ਗਿਆਨੀ ਹੈ। ਫਿਰ ਸਤਿਗੁਰੂ ਜੀ ਨੇ ਉਹਦੇ ਗੁਣ ਬੋਲੇ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਨਿਰਲੇਪ ਦਾ ਮਤਲਬ ਹੋ ਗਿਆ ਜਿਹੜਾ ਬੇਦਾਗ ਹੈ, ਜਿਹਦੇ ਉੱਤੇ ਕੋਈ ਦੋਸ਼ ਨਹੀਂ ਹੈ। ਕਿੱਦਾਂ ਦਾ ਦੋਸ਼ ਨਹੀਂ ਹੈ? ਜੈਸੇ ਜਲ ਮਹਿ ਕਮਲ ਅਲੇਪ, ਜਿੱਦਾਂ ਪਾਣੀ ਦੇ ਵਿੱਚ ਰਹਿੰਦਾ ਹੋਇਆ ਕਮਲ ਬੇਦਾਗ ਰਹਿੰਦਾ ਹੈ, ਜਿਹਨੂੰ ਕੋਈ ਦਾਗ ਨਹੀਂ ਲੱਗਦਾ। ਆਪ ਜੀ ਨੇ ਵੇਖਿਆ ਹੋਵੇਗਾ ਕਮਲ ਕਦੀ ਵੀ ਸਾਡੇ ਗਮਲਿਆਂ ਦੇ ਵਿੱਚ ਨਹੀਂ ਉੱਗਦਾ, ਬਾਕੀ ਫੁੱਲ ਉੱਗ ਪੈਂਦੇ ਨੇ। ਕਮਲ ਜਦੋਂ ਵੀ ਉੱਗੇਗਾ ਚਿੱਕੜ ਦੇ ਵਿੱਚ ਹੀ ਉੱਗੇਗਾ, ਉਹ ਗੰਦਗੀ ਦੇ ਵਿੱਚ ਉੱਗਦਾ ਹੈ। ਔਰ ਏਡੀ ਕਮਾਲ ਦੀ ਗੱਲ ਹੈ ਵੀ ਉਸ ਗੰਦਗੀ ਦੇ ਵਿੱਚ ਉੱਗਦਾ ਹੋਇਆ ਵੀ ਉਹ ਗੰਦਾ ਨਹੀਂ ਹੁੰਦਾ। ਮਹਾਰਾਜ ਜੀ ਨੇ ਇਹ ਹਵਾਲੇ ਬੜੀ ਥਾਂ ਦੇ ਉੱਤੇ ਵਰਤੇ ਨੇ ਵੀ ਸੰਸਾਰ ਦੇ ਵਿੱਚ ਰਹੀਏ ਅਸੀਂ ਕਹੀਏ ਦੁਨੀਆ ਨਹੀਂ ਚੰਗੀ, ਦੁਨੀਆ ਨਹੀਂ ਚੰਗੀ। ਇਹ ਤੇ ਬੜਾ ਵੱਡਾ ਐਕਸਕਿਊਜ਼ ਹੈ ਨਾ ਆਪਣੇ ਆਪ ਨੂੰ ਬਚਾਉਣ ਦਾ ਵੀ ਦੁਨੀਆ ਨਹੀਂ ਚੰਗੀ। ਦੁਨੀਆ ਨਹੀਂ ਚੰਗੀ ਤੇ ਮੈਂ ਕੀ ਹਾਂ? ਮੈਂ ਵੀ ਤਾਂ ਉਸ ਦੁਨੀਆ ਦੇ ਵਿੱਚ ਫਿਰ ਲਿਬੜਿਆ ਹੀ ਪਿਆ ਹਾਂ ਨਾ। ਸਤਿਗੁਰੂ ਨੇ ਇਸ ਗੱਲ ਨੂੰ ਕਈ ਥਾਵਾਂ ਦੇ ਉੱਤੇ ਸਮਝਾਇਆ ਵੀ ਆਪਣੇ ਆਪ ਨੂੰ ਕਮਲ ਦੇ ਵਾਂਗ ਰੱਖਣ ਦੀ ਕੋਸ਼ਿਸ਼ ਕਰੀਏ, ਵੀ ਰਹੀਏ ਸਾਰਿਆਂ ਦੇ ਨਾਲ, ਪਰ ਇੱਕ ਆਪਣੇ ਅੰਦਰ ਇੱਕ ਵਿਲੱਖਣਤਾ ਵੀ ਹਾਂ ਮੈਂ ਬਾਕੀਆਂ ਨਾਲੋਂ ਕੁਝ ਤੇ ਵੱਖਰਾ ਹਾਂ, ਮੈਂ ਐਵੇਂ ਲਾਈਲੱਗ ਬਣ ਕੇ ਨਹੀਂ ਤੁਰਦਾ। ਮਰਦ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਲੇਪ। ਬ੍ਰਹਮ ਗਿਆਨੀ ਜਿਹੜਾ ਹੈ ਉਹ ਹਮੇਸ਼ਾ ਬੇਦਾਗ ਹੈ, ਦੋਸ਼ ਤੋਂ ਰਹਿਤ ਹੈ। ਕਿੱਦਾਂ? ਜੈਸੇ ਜਲ ਮਹਿ ਕਮਲ ਅਲੇਪ, ਜਿੱਦਾਂ ਪਾਣੀ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ, ਕਮਲ ਦੇ ਉੱਤੇ ਦਾਗ ਨਹੀਂ ਨਾ ਆਉਂਦਾ, ਇੱਦਾਂ ਬ੍ਰਹਮ ਗਿਆਨੀ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਦਾਗੀ ਨਹੀਂ ਹੁੰਦਾ। ਬ੍ਰਹਮ ਗਿਆਨੀ ਸਦਾ ਨਿਰਦੋਖ। ਨਿਰਦੋਖ ਦਾ ਮਤਲਬ ਦੋਸ਼ ਤੋਂ ਰਹਿਤ। ਨਿਰਦੋਸ਼ ਸ਼ਬਦ ਆਪ ਜੀ ਪੜ੍ਹਦੇ ਹੋਵੋਗੇ, ਜਿਹਦੇ ਉੱਤੇ ਕਦੀ ਵੀ, ਦੋਸ਼ ਦਾ ਮਤਲਬ ਕੀ ਹੋ ਗਿਆ ਵੀ ਕੋਈ ਜਿੱਦਾਂ ਕੋਈ ਕੱਪੜਾ ਹੈ ਉਹਦੇ ਉੱਤੇ ਦੋਸ਼ ਆ ਗਿਆ ਜੀ ਇਹ ਸਿੱਧਾ ਨਹੀਂ ਹੈ, ਦੁੱਧ ਦੇ ਉੱਤੇ ਕੋਈ ਦੋਸ਼ ਆ ਗਿਆ ਜੀ ਇਹ ਖਰਾਬ ਹੈ। ਮਤਲਬ ਕੁਝ ਲੱਛਣ ਲੱਗ ਜਾਣੇ, ਕੁਝ ਦਾਗ ਲੱਗ ਜਾਣੇ ਇਹੋ ਜਿਹੇ। ਦਾਤਾਰ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਉੱਤੇ ਕੋਈ ਵੀ ਦੋਸ਼ ਨਹੀਂ ਹੈ, ਬਿਲਕੁਲ ਸਕੂਨ ਵਾਲਾ ਤੇ ਬਿਲਕੁਲ ਆਨੰਦ ਵਾਲੀ ਜ਼ਿੰਦਗੀ ਵਾਲਾ ਬੰਦਾ ਹੈ, ਬੇਦਾਗ ਬੰਦਾ ਹੈ। ਕਿਵੇਂ? ਜੈਸੇ ਸੂਰ ਸਰਬ ਕੋ ਸੋਖ। ਜਿੱਦਾਂ ਸੂਰਜ ਜਿਹੜਾ ਹੈ ਨਾ ਸਾਰਿਆਂ ਨੂੰ ਰਸ ਸੁਕਾ ਦਿੰਦਾ ਹੈ। ਗਰਮੀ ਹੋਈ, ਜਿੰਨੀ ਜ਼ਿਆਦਾ ਗਰਮੀ ਹੋਈ ਜਾਵੇਗੀ ਨਮੀ ਆਪਣੇ ਆਪ ਹੀ, ਮੋਇਸਚਰ ਆਪਣੇ ਆਪ ਹੀ ਖਤਮ ਹੋਈ ਜਾਵੇਗਾ। ਸੂਰਜ ਇਹ ਨਹੀਂ ਵੇਖਦਾ ਵੀ ਮੈਂ ਅੱਧੀਆਂ ਚੀਜ਼ਾਂ ਦੇ ਵਿੱਚੋਂ ਨਮੀ ਖਤਮ ਕਰਨੀ ਹੈ ਤੇ ਅੱਧੀਆਂ ਦੇ ਵਿੱਚੋਂ ਨਹੀਂ ਨਮੀ ਖਤਮ ਕਰਨੀ। ਇੱਦਾਂ ਮਹਾਰਾਜ ਕੀ ਕਹਿ ਰਹੇ ਨੇ, ਜਿੱਦਾਂ ਸੂਰਜ ਸਾਰਿਆਂ ਨੂੰ ਸੋਖ ਲੈਂਦਾ ਹੈ ਨਾ, ਬ੍ਰਹਮ ਗਿਆਨੀ ਅੰਦਰੋਂ ਆਪਣੇ ਪਾਪਾਂ ਨੂੰ ਇੱਦਾਂ ਸੁਕਾ ਲੈਂਦਾ ਹੈ। ਮਤਲਬ ਇਹ ਨਹੀਂ ਕਿ ਉਹ ਪਾਪ ਕਰਦਾ ਹੈ,
ਉਹਦੇ ਅੰਦਰ ਕੋਈ ਦਾਗ ਹੈ ਹੀ ਨਹੀਂ ਹੈ। ਉਹਦਾ ਸੂਰਜ ਵਰਗਾ ਸੁਭਾਅ ਹੈ, ਸਾਰਿਆਂ ਦੇ ਨਾਲ ਬਰਾਬਰੀ ਵਾਲਾ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਕਿਵੇਂ ਦੀ ਹੈ? ਸਤਿਗੁਰੂ ਕਹਿੰਦੇ ਸਮਾਨ ਹੈ, ਬਰਾਬਰ ਵੇਖਣ ਵਾਲੀ ਹੈ। ਕਿੱਦਾਂ? ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ, ਰਹਿੰਦਾ ਇਸ ਦੁਨੀਆ ਦੇ ਵਿੱਚ ਹੀ ਹੈ। ਸਤਿਗੁਰੂ ਕਹਿੰਦੇ ਨੇ ਜਿੱਦਾਂ ਭਾਵੇਂ ਕੋਈ ਹੋਵੇ ਰਾਜਾ ਤੇ ਭਾਵੇਂ ਹੋਵੇ ਕੋਈ ਰੰਕ, ਭਾਵੇਂ ਹੋਵੇ ਉੱਚਾ ਤੇ ਭਾਵੇਂ ਹੋਵੇ ਨੀਵਾਂ, ਦਾਤਾਰ ਕਹਿੰਦੇ ਹਵਾ ਸਾਰਿਆਂ ਨੂੰ ਬਰਾਬਰ ਲੱਗਦੀ ਹੈ। ਪਵਾਨ, ਪੱਖੇ ਚੱਲਦੇ ਪਏ ਨੇ ਨਾ, ਇਹਨੇ ਇਹ ਥੋੜ੍ਹਾ ਵੇਖਣਾ ਵੀ ਕੌਣ ਉੱਚਾ ਤੇ ਕੌਣ ਨੀਵਾਂ ਹੈ। ਹਵਾ ਸਾਰਿਆਂ ਨੂੰ ਬਰਾਬਰ ਆ ਜਾਵੇਗੀ ਜਿਹੜਾ ਉਹਦੇ ਲਾਗੇ ਬੈਠਾ ਹੋਵੇਗਾ। ਹਵਾ ਕਦੀ ਵੀ ਇਸ ਗੱਲ ਦਾ ਵਿਤਕਰਾ ਨਹੀਂ ਕਰਦੀ ਵੀ ਮੈਂ ਇਹ ਜਿਹੜਾ ਹੈ ਇਹਨੇ ਮੈਨੂੰ ਪਾਣੀ ਪਾਇਆ ਸੀ ਤੇ ਮੈਂ ਇਹਨੂੰ ਇਕੱਲੇ ਨੂੰ ਹਵਾ ਦੇਣੀ ਹੈ। ਨਹੀਂ, ਉਹ ਦੂਸਰਿਆਂ ਸਾਰਿਆਂ ਨੂੰ ਹਵਾ ਦਿੰਦੀ ਹੈ। ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਦਾ ਸੁਭਾਅ ਇੱਦਾਂ ਦਾ ਹੈ ਜਿੱਦਾਂ ਹਵਾ ਦਾ ਸੁਭਾਅ ਹੈ, ਸਾਰਿਆਂ ਦੇ ਨਾਲ ਬਰਾਬਰੀ। ਮੈਂ ਬੇਨਤੀ ਕਰਦਾ ਹੁੰਦਾ ਹਾਂ, ਇਹ ਤੇ ਸਿਲੇਬਸ ਹੈ ਸਾਡਾ। ਪਤਾ ਤਾਂ ਸਾਡਾ ਉਦਣ ਲੱਗਦਾ ਹੈ ਜਿੱਦਣ ਸਾਨੂੰ ਪ੍ਰੈਕਟੀਕਲ ਕਰਨ ਦਾ ਮੌਕਾ ਮਿਲਦਾ ਵੀ ਅਸੀਂ ਲੰਗਰ ਵੰਡਦੇ ਪਏ ਹਾਂ ਅਤੇ ਕਿੱਦਾਂ ਲੰਗਰ ਵੰਡਦੇ ਪਏ ਹਾਂ। ਸਾਨੂੰ ਕੋਈ ਚੀਜ਼ਾਂ ਵੰਡਣ ਦੇ ਲਈ ਮਿਲ ਗਈਆਂ ਅਤੇ ਅਸੀਂ ਕੀ ਕਰਦੇ ਪਏ ਹਾਂ। ਕਿਤੇ ਇਹ ਤਾਂ ਨਹੀਂ ਹੋ ਰਿਹਾ ਵੀ ਵੰਡਣ ਵਾਲੇ ਪਹਿਲਾਂ ਇਹੋ ਹੀ ਸੋਚੀ ਜਾਣ ਵੀ ਪਹਿਲਾਂ ਮੇਰਾ ਘਰ ਭਰ ਦਿਓ, ਬਾਕੀ ਭਾਵੇਂ ਰਹਿ ਵੀ ਜਾਣ, ਅਤੇ ਫਿਰ ਹਵਾ ਵਾਲੀ ਬਿਰਤੀ ਨਹੀਂ ਆਉਂਦੀ। ਫਿਰ ਅਸੀਂ ਸਮਦ੍ਰਿਸ਼ਟ ਨਹੀਂ ਹੋ ਪਾਉਂਦੇ। ਸਮਦ੍ਰਿਸ਼ਟੀ ਦਾ ਮਤਲਬ ਹੀ ਇਹ ਹੈ ਵੀ ਭਾਈ ਸਾਰਿਆਂ ਦੇ ਨਾਲ ਬਰਾਬਰੀ ਦਾ ਵਿਹਾਰ, ਕੋਈ ਉੱਚਾ ਨਹੀਂ ਅਤੇ ਕੋਈ ਨੀਵਾਂ ਵੀ ਨਹੀਂ, ਕੋਈ ਸਕਾ ਨਹੀਂ, ਉੱਥੇ ਸਾਰੇ ਇੱਕੋ ਜਿਹੇ ਨੇ। ਸੰਗਤ ਦਾ ਮਤਲਬ ਹੀ ਇਹ ਹੈ। ਔਰ ਬੜੇ ਧਿਆਨ ਦੇ ਨਾਲ ਸਾਨੂੰ ਇਸ ਪਾਸੇ ਦੇ ਉੱਤੇ ਖੜਨਾ ਚਾਹੀਦਾ ਹੈ ਔਰ ਬੜੀ ਹਿੰਮਤ ਚਾਹੀਦੀ ਹੈ ਇਹਦੇ ਉੱਤੇ ਖੜਨ ਦੇ ਲਈ। ਹਜ਼ੂਰ ਕਹਿੰਦੇ ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ। ਬੜੇ ਹੌਂਸਲੇ ਵਾਲਾ ਹੈ ਬ੍ਰਹਮ ਗਿਆਨੀ। ਇਹ ਨਹੀਂ ਵੀ ਇੱਕ ਤਾਂ ਹੁੰਦਾ ਨਾ ਵੀ ਛੋਟੀ ਜਿਹੀ ਗੱਲ, ਤੇ ਅਸੀਂ ਕੱਲ੍ਹ ਵੀ ਗੱਲ ਕੀਤੀ ਵੀ ਬਸ ਕੋਈ ਨਿੱਕੀ ਜਿਹੀ ਗੱਲ ਕੀਤੀ ਉਸੇ ਵੇਲੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਕਹਿੰਦੇ ਇੱਦਾਂ ਨਹੀਂ, ਬੜਾ ਧੀਰਜ ਹੈ ਉਹਦੀ ਜ਼ਿੰਦਗੀ ਦੇ ਵਿੱਚ। ਵੈਸੇ ਤਾਂ ਸੇਵਕ ਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਇੱਕ ਗੱਲ ਬੋਲੀ ਹੈ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਜਿਹੜਾ ਮਾਲਕ ਦਾ ਸੇਵਕ ਹੈ ਨਾ, ਉਹ ਸੰਜੀਦਾ ਕਿਸਮ ਦਾ ਹੋਣਾ ਚਾਹੀਦਾ ਹੈ। ਇਹ ਨਹੀਂ ਵੀ ਬਸ ਨਿੱਕੀ ਜਿਹੀ ਗੱਲ ਦੇ ਉੱਤੇ ਐਡੀ ਉੱਚੀ ਹੱਸ ਲਿਆ ਵੀ ਆਲੇ ਦੁਆਲੇ ਲੋਕ ਵੇਖਣ ਲੱਗ ਪਏ ਵੀ ਇਹਨੂੰ ਕੀ ਹੋ ਗਿਆ। ਜਿਹਨੂੰ ਇਹ ਨਹੀਂ ਪਤਾ ਇੱਕਦਮ ਹੀ ਹਾਸਾ ਨਿਕਲ ਆਉਂਦਾ ਜਿਹਦੇ ਅੰਦਰੋਂ, ਅਤੇ ਫਿਰ ਜੇ ਰੋਣ ਲੱਗ ਪਿਆ ਤੇ ਬਸ ਇੱਕਦਮ ਹੀ ਸਾਰਾ ਕੁਝ ਹੋ ਗਿਆ। ਬਹੁਤ ਵਿਰਲੇ ਸਮੇਂ ਬਾਅਦ, ਕਿਤੇ ਬਹੁਤ ਘੱਟ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਹਾਲਾਤ ਵਾਪਰਦੇ, ਇੰਨਾ ਸੰਜੀਦਾ ਕਿਸਮ ਦਾ ਹੈ। ਇੱਕ ਗੱਲ ਲਿਖਦੇ ਹੁੰਦੇ ਨੇ, ਮੈਂ ਆਪ ਜੀ ਦੇ ਅੱਗੇ ਸ਼ਾਇਦ ਹਰਪਾਲ ਸਿੰਘ ਪੰਨੂ ਹੁਣਾਂ ਨੇ ਗੱਲ ਲਿਖੀ ਹੈ। ਉਹ ਕਹਿੰਦੇ ਵੀ ਅਸਲ ਦੇ ਵਿੱਚ ਜਿਹੜਾ ਯੋਧਾ ਹੁੰਦਾ ਨਾ, ਬਹਾਦਰ ਬੰਦਾ ਹੁੰਦਾ, ਉਹਨੂੰ ਜਲਦੀ ਗੁੱਸਾ ਨਹੀਂ ਆਉਂਦਾ, ਉਹਦਾ ਜਲਦੀ ਕਿਰਪਾਨ 'ਤੇ ਹੱਥ ਨਹੀਂ ਜਾਂਦਾ। ਸਦੀਆਂ ਲੱਗ ਜਾਂਦੀਆਂ ਨੇ ਕਿਰਪਾਨ ਦੇ ਉੱਤੇ ਹੱਥ ਜਾਣ ਦੇ ਲਈ, ਪਰ ਜਦੋਂ ਉਹਦਾ ਕਿਰਪਾਨ 'ਤੇ ਹੱਥ ਚਲਾ ਜਾਂਦਾ ਹੈ ਫਿਰ ਸਦੀਆਂ ਤੱਕ ਲੋਕ ਉਹਦੇ ਗੁਣ ਗਾਉਂਦੇ ਨੇ ਵੀ ਕਿਰਪਾਨ ਚੱਲੀ ਸੀ ਉਹਦੀ। ਬਾਬਾ ਬੰਦਾ ਸਿੰਘ ਬਹਾਦਰ ਤੁਹਾਡੇ ਸਾਹਮਣੇ ਹੈ। ਅਤੇ ਕਿੱਡੇ ਕਮਾਲ ਦੀ ਗੱਲ ਹੈ ਨਾ, ਅਸੀਂ ਇਹਨੂੰ ਕਹਿ ਦਿੰਦੇ ਹਾਂ ਅੱਜ ਤਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੁਝ ਔਖੀ ਨਹੀਂ ਹੈ, ਅਸੀਂ ਬੜੀ ਜਲਦੀ ਅਧੀਰਜ ਹੋ ਜਾਂਦੀ ਹੈ ਸਾਡੇ ਵਿੱਚ ਵੀ ਹੌਸਲਾ ਸਾਡਾ ਡਿੱਗ ਪਿਆ। ਸਾਹਮਣੇ ਪਤਾ ਵੀ ਹੈ ਵੀ ਖਤਮ ਕਰ ਦੇਣਗੇ। ਭਾਈ ਮਤੀ ਦਾਸ ਨੂੰ ਪਤਾ ਨਹੀਂ ਵੀ ਕੀ ਬਣ ਜਾਣਾ ਸਾਡੇ ਨਾਲ, ਅਤੇ ਭਾਈ ਸਤੀ ਦਾਸ ਨੂੰ ਅਤੇ ਭਾਈ ਦਿਆਲਾ ਜੀ ਨੂੰ ਪਤਾ ਨਹੀਂ ਸਾਡੇ ਨਾਲ ਕੀ ਬਣ ਜਾਣਾ। ਕਿੰਨਾ ਸੌਖਾ ਇਹਨਾਂ ਦੀਆਂ ਕਥਾ ਨੂੰ ਸੁਣਾ ਦੇਣਾ, ਪਰ ਉਹ ਪੁੱਛਦੇ ਨੇ ਵੀ ਤੁਹਾਡੇ ਨਾਲ ਕੀ ਕੀਤਾ ਜਾਵੇ। ਕਹਿੰਦੇ ਬਸ ਮੂੰਹ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਲ ਕਰ ਲਿਓ, ਬਾਕੀ ਸਾਰਾ ਕੁਝ ਖੈਰ ਹੈ। ਕਿੰਨੇ ਸਹਿਜ ਦੇ ਵਿੱਚੋਂ ਬੋਲ ਨਿਕਲਿਆ ਹੈ, ਨਹੀਂ ਤੇ ਵੇਖੋ ਇੱਕਦਮ ਹਫੜਾ ਦਫੜੀ ਮਚ ਜਾਂਦੀ ਹੈ ਵੀ ਕੀ ਬਣ ਗਿਆ ਸਾਡੇ ਨਾਲ। ਹਜ਼ੂਰ ਕਹਿੰਦੇ ਨਹੀਂ, ਜਿਹੜਾ ਬ੍ਰਹਮ ਗਿਆਨੀ ਹੈ ਉਹਦੇ ਅੰਦਰ ਧੀਰਜ ਬੜੀ ਹੈ, ਬੜਾ ਹੌਂਸਲਾ ਹੈ ਉਹਦੇ ਅੰਦਰ। ਕਿਵੇਂ ਦਾ ਹੌਂਸਲਾ ਹੈ? ਧਰਤੀ ਜਿੰਨਾ ਹੌਂਸਲਾ ਹੈ ਉਹਦੇ ਅੰਦਰ। ਜਿਉਂ ਬਸਦਾ ਕੋਊ ਖੋਦੈ ਕੋਊ ਚੰਦਨ ਲੇਪ। ਧਰਤੀ ਜਿੰਨਾ ਹੌਂਸਲਾ ਹੈ ਵੀ ਕੋਈ ਧਰਤੀ ਨੂੰ ਪੁੱਟਣਾ ਸ਼ੁਰੂ ਕਰ ਦੇਵੇ, ਖੋਦਣਾ ਸ਼ੁਰੂ ਕਰ ਦੇਵੇ, ਧਰਤੀ ਨੂੰ ਉਹਦੇ ਉੱਤੇ ਵੀ ਗੁੱਸਾ ਨਹੀਂ। ਅਤੇ ਕੋਈ ਆ ਕੇ ਧਰਤੀ ਦੇ ਉੱਤੇ ਚੰਦਨ ਦਾ ਲੇਪ ਕਰ ਦੇਵੇ, ਧਰਤੀ ਉਹਨੂੰ ਵੀ ਬਹੁਤਾ ਨਹੀਂ ਕਹਿੰਦੀ ਵੀ ਹਾਂ ਵੀ ਮੇਰਾ ਤੇਰੇ ਨਾਲ ਜ਼ਿਆਦਾ ਪਿਆਰ, ਅਤੇ ਜਿਹਨੇ ਮੈਨੂੰ ਪੁੱਟਿਆ ਹੈ ਮੇਰਾ ਉਹਦੇ ਨਾਲ ਪਿਆਰ ਹੀ ਨਹੀਂ। ਬਿਲਕੁਲ ਧੀਰਜ ਵਾਲਾ, ਧਰਤੀ ਵਰਗਾ ਹੌਂਸਲਾ ਰੱਖ ਲਿਆ। ਹਜ਼ੂਰ ਕਹਿੰਦੇ ਨੇ ਇਹ ਹੈ ਬ੍ਰਹਮ ਗਿਆਨੀ ਦਾ ਲੱਛਣ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ। ਗੁਨਾਓ ਦਾ ਮਤਲਬ ਹੋ ਗਿਆ ਗੁਣ। ਸਤਿਗੁਰੂ ਕਹਿੰਦੇ ਨੇ ਵੀ ਭਾਈ ਬ੍ਰਹਮ ਗਿਆਨੀ ਦਾ ਇੱਕ ਗੁਣ ਆ ਵੀ ਹੈ, ਕਿਹੜਾ? ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ। ਮਰਦ ਕਹਿੰਦੇ ਸਹਿਜ ਸੁਭਾਅ ਹੈ ਇੱਕ ਅੱਗ ਦਾ। ਪਾਵਕ ਦਾ ਮਤਲਬ ਹੋ ਗਿਆ ਅੱਗ। ਸਹਿਜ ਸੁਭਾਅ ਕੀ ਹੈ? ਵੀ ਕੋਈ ਵੀ ਆਵੇ ਉਹਨੇ ਸਾਰਿਆਂ ਨੂੰ ਹੀ ਸਾੜਨਾ ਹੈ। ਵੇਖਣ ਨੂੰ ਬੁਰਾ ਲੱਗ ਸਕਦਾ ਹੈ ਵੀ ਸਾੜਦੀ ਕਿਉਂ ਹੈ, ਪਰ ਜੇ ਰੋਟੀ ਜੇ ਸਾੜੇ ਨਾ ਤਾਂ ਸਾਡੀ ਰੋਟੀ ਕਿੱਦਾਂ ਬਣ ਸਕਦੀ?
ਇਸ ਕਰਕੇ ਇੱਕ ਪਾਸਾ ਮਹਾਰਾਜ ਨੇ ਬੋਲਿਆ ਵੀ ਜਿੱਦਾਂ ਅੱਗ ਵਿਤਕਰਾ ਨਹੀਂ ਨਾ ਕਰਦੀ, ਹਵਾ ਵਿਤਕਰਾ ਨਹੀਂ ਕਰਦੀ, ਸੂਰਜ ਵਿਤਕਰਾ ਨਹੀਂ ਕਰਦਾ, ਇਹ ਸਾਰੇ ਗੁਣ ਮਾਲਿਕ ਨੇ ਉਸ ਬੰਦੇ ਦੇ ਅੰਦਰ ਪ੍ਰਗਟ ਕਰ ਦਿੱਤੇ ਨੇ। ਜਿੱਦਾਂ ਇੱਕ ਤੇ ਹੁੰਦੇ ਨੇ 5 ਗੁਣ, ਇੱਕ ਹੁੰਦੇ ਨੇ 5 ਤੱਤ। ਅਸੀਂ ਕਹਿ ਦਿੱਤਾ ਨਾ ਵੀ 5 ਤੱਤਾਂ ਤੋਂ ਸਾਡਾ ਸਰੀਰ ਬਣਿਆ, 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਫਿਰ ਇਹਨਾਂ ਦੇ ਵਿੱਚੋਂ ਅੱਗੇ 5 ਗੁਣ ਵੀ ਹੁੰਦੇ ਨੇ, 5 ਇੰਦਰੀਆਂ ਦੇ ਵੀ 5 ਗੁਣ। ਤੇ ਜਿਹੜੇ ਬੰਦੇ ਦੇ ਅੰਦਰ ਜਿਹੜਾ ਗੁਣ ਜ਼ਿਆਦਾ ਪ੍ਰਬਲ ਹੋਵੇਗਾ, ਇੱਕ ਬਚਨ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ। ਭਾਈ ਜਦੋਂ ਤੱਕ ਸਾਡੇ ਅੰਦਰ ਅੱਗ ਵਾਲਾ ਗੁਣ, ਸਾਡੇ ਅੰਦਰ ਪਾਣੀ ਵਾਲਾ ਗੁਣ, ਹਵਾ ਵਾਲਾ ਗੁਣ ਨਹੀਂ ਪ੍ਰਗਟ ਹੁੰਦਾ, ਅਸੀਂ ਬਰਾਬਰ ਹੋ ਹੀ ਨਹੀਂ ਸਕਦੇ। ਇਸ ਕਰਕੇ ਬ੍ਰਹਮ ਗਿਆਨੀ ਦੇ ਅੰਦਰ ਇਹ ਗੁਣ ਮਹਾਰਾਜ ਨੇ ਬੋਲੇ ਨੇ। ਹਜ਼ੂਰ ਦੇ ਅਗਲੇ ਬਚਨ ਵੇਖੋ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਬ੍ਰਹਮ ਗਿਆਨੀ ਪਵਿੱਤਰਾਂ ਦੇ ਵਿੱਚੋਂ ਪਵਿੱਤਰ ਹੈ। ਦੁਨੀਆ ਦੇ ਬੜੇ ਬੰਦੇ ਕਹਿਣਗੇ ਅਸੀਂ ਪਵਿੱਤਰ ਹਾਂ, ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਉਹਨਾਂ ਸਾਰਿਆਂ ਦੇ ਵਿੱਚੋਂ ਵੀ ਪਵਿੱਤਰ ਹੈ। ਕਿਵੇਂ? ਜੈਸੇ ਮੈਲ ਨਾ ਲੱਗਿਆ ਜਲਾ, ਜਿੱਦਾਂ ਪਾਣੀ ਨੂੰ ਮੈਲ ਨਹੀਂ ਲੱਗਦੀ। ਸਾਡੇ ਹੱਥ ਮੈਲੇ ਹੋ ਗਏ ਤੇ ਧੋਵਾਂਗੇ ਕਿਹਦੇ ਨਾਲ? ਪਾਣੀ ਦੇ ਨਾਲ। ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਕੇ। ਸਭ ਤੋਂ ਨੇੜੇ ਤੇ ਸਭ ਤੋਂ ਸੌਖਾ ਸਾਡੇ ਕੋਲ ਕੀ ਤਰੀਕਾ ਹੈ ਸਾਫ਼ ਕਰਨ ਦਾ? ਮੈਲ, ਪਾਣੀ ਹੈ ਨਾ। ਹਜ਼ੂਰ ਦਾ ਬਚਨ ਵੇਖੋ, ਜਿੱਦਾਂ ਪਾਣੀ ਨੂੰ ਮੈਲ ਨਹੀਂ ਲੱਗਦੀ। ਹੁਣ ਕਿਸੇ ਵੇਲੇ ਇੱਦਾਂ ਵੀ ਹੋ ਜਾਂਦਾ ਵੀ ਆਪਾਂ ਕਹਾਂਗੇ ਵੇਖੋ ਜੀ ਕਿੰਨਾ ਗੰਦਾ ਪਾਣੀ ਹੋ ਗਿਆ, ਪਰ ਉਹਨੂੰ ਫਿਰ ਕਿਹਦੇ ਨਾਲ ਧੋਵਾਂਗੇ? ਗੰਦਗੀ ਨੂੰ ਫਿਰ ਪਾਣੀ ਦੇ ਨਾਲ ਹੀ ਧੋਤਾ ਜਾ ਰਿਹਾ, ਸਾਫ਼ ਪਾਣੀ ਦੇ ਨਾਲ ਧੋਤਾ ਜਾ ਰਿਹਾ। ਪਾਣੀ ਨੂੰ ਜਿੱਦਾਂ ਮੈਲ ਨਹੀਂ ਲੱਗਦੀ, ਬ੍ਰਹਮ ਗਿਆਨੀ ਇੱਦਾਂ ਸਾਫ਼ ਹੈ ਜ਼ਿੰਦਗੀ ਦੇ ਵਿੱਚ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਦੇ ਅੰਦਰ ਮਾਲਕ ਕਿੱਦਾਂ ਪ੍ਰਕਾਸ਼ਿਤ ਹੈ, ਕਿੱਦਾਂ ਉਹਦੇ ਅੰਦਰ ਉਹਨੇ ਸੂਰਜ ਚੜਾਇਆ ਹੋਇਆ ਹੈ। ਕਿੱਦਾਂ? ਹਜ਼ੂਰ ਕਹਿੰਦੇ ਜੈਸੇ ਧਰ ਉੱਪਰ ਆਕਾਸ਼, ਜਿੱਦਾਂ ਧਰਤੀ ਦੇ ਉੱਤੇ ਆਕਾਸ਼ ਚਾਰੇ ਪਾਸੇ, ਧਰਤੀ ਦੇ ਚਾਰੇ ਪਾਸੇ ਆਕਾਸ਼ ਹੈ ਨਾ। ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਦੇ ਅੰਦਰ ਇੱਦਾਂ ਮਾਲਕ ਦੇ ਨਾਮ ਦਾ ਸੂਰਜ ਚੜਿਆ ਹੋਇਆ ਹੈ। ਉਹਦੇ ਅੰਦਰ ਇੰਨਾ ਪ੍ਰਕਾਸ਼ਿਤ ਹੈ ਰੱਬ, ਇੰਨਾ ਉਹਦੇ ਅੰਦਰ ਚਾਨਣ ਹੈ। ਬ੍ਰਹਮ ਗਿਆਨੀ ਕਹਿ ਮਿੱਤਰ ਸ਼ਤਰ ਸਮਾਨ। ਮਿੱਤਰ ਤੇ ਸ਼ਤਰੂ, ਵੈਰੀ ਤੇ ਮਿੱਤਰ ਉਹਦੇ ਇੱਕੋ ਜਿਹੇ ਨੇ। ਆਪ ਜੀ ਦੇ ਅੱਗੇ ਇੱਕ ਗੱਲ ਰੱਖ ਦੇਵਾਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਰੇ। ਇਹ ਰਾਜਨੀਤੀ ਇਹਨੂੰ ਆਪਣੇ ਤਰੀਕੇ ਨਾਲ ਸੋਚਦੀ ਹੈ, ਪਰ ਧਰਮ ਇਹਨੂੰ ਆਪਣੇ ਤਰੀਕੇ ਨਾਲ ਸੋਚਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਤਾ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤੇ ਉਹਨਾਂ ਨੂੰ ਸ਼ਹੀਦ ਕਰਵਾਉਣ ਵਾਲਾ ਹੈ ਜਹਾਂਗੀਰ। ਪਰ ਉਹੀ ਜਹਾਂਗੀਰ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਹਿੰਦੁਸਤਾਨ ਦੇ ਕੁਝ ਇਲਾਕੇ ਦਾ ਚੱਕਰ ਲਾਉਂਦਾ ਹੈ। ਰਾਜਨੀਤੀ ਤੌਰ ਦੇ ਉੱਤੇ ਬਹੁਤੇ ਲੋਕ ਕਹਿੰਦੇ ਨੇ ਵੀ ਇਹ ਤੇ ਸਮਝੌਤੇ ਵਾਲੀ ਨੀਤੀ ਹੋ ਗਈ ਹੈ, ਤੇ ਫਿਰ ਗੁਰੂ ਸਾਹਿਬ ਨੇ ਤਾਂ ਅੱਗੇ 4 ਜੰਗਾਂ ਵੀ ਲੜਦੀਆਂ ਨੇ ਸ਼ਾਹਜਹਾਂ ਦੇ ਨਾਲ। ਸਮਝੌਤਾ ਨਹੀਂ ਹੈ। ਅਸਲ ਦੇ ਵਿੱਚ ਗੱਲ ਇਹ ਨਹੀਂ ਹੈ ਵੀ ਮੈਂ ਹੁਣ ਤੈਨੂੰ ਭੁੱਲ ਗਿਆ ਹਾਂ, ਪਰ ਜੇ ਤੂੰ ਮੇਰੇ ਕੋਲ ਆਇਆ ਹੈ ਤੇ ਇਹ ਨਹੀਂ ਮੈਂ ਕਹਿ ਸਕਦਾ ਵੀ ਤੂੰ ਮੇਰੇ ਕੋਲ ਆ ਗਿਆ ਹੈ ਤੇ ਮੈਂ ਤੇਰੇ ਵੱਲ ਮੂੰਹ ਵੀ ਨਹੀਂ ਕਰਾਂਗਾ। ਤੂੰ ਮੇਰੇ ਨਾਲ ਬੁਰਾ ਕੀਤਾ ਹੈ, ਠੀਕ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਤੂੰ ਮੇਰੀ ਸ਼ਰਨ ਦੇ ਵਿੱਚ ਆ ਗਿਆ ਹੈ ਤੇ ਮੈਂ ਅੱਗੋਂ ਤੇਰੇ ਨਾਲ ਉੱਦਾਂ ਦਾ ਵਿਹਾਰ ਕਰਾਂਗਾ। ਇਹ ਇੱਦਾਂ ਨੀਤੀ ਨਹੀਂ ਚੱਲਦੀ। ਦੁਨੀਆ ਗਿਣਾਉਂਦੀ ਹੈ ਵੀ ਹੁਣ ਆਇਆ ਨਾ ਲਾਈਨ ਦੇ ਵਿੱਚ ਤੇ ਹੁਣ ਤੈਨੂੰ ਮੈਂ ਦੱਸਾਂਗਾ। ਸਤਿਗੁਰੂ ਕਹਿੰਦੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ। ਮਹਾਰਾਜ ਇੱਦਾਂ ਨਹੀਂ ਕਹਿੰਦਾ ਵੀ ਮੈਂ ਤੈਨੂੰ ਚੇਤੇ ਕਰਾਵਾਂਗਾ ਵੀ ਤੂੰ ਇੱਦਾਂ ਕੁਝ ਕਰਦਾ ਰਿਹਾ। ਤੈਸੇ ਪੇਖ ਔਗਣ ਕਹੈ ਨਾ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਉਹ ਦੋਸ਼ ਨਹੀਂ ਚੇਤੇ ਕਰਾਉਂਦਾ, ਸਗੋਂ ਗਲ ਦੇ ਨਾਲ ਲਾ ਲੈਂਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ। ਉਹਦੇ ਲਈ ਮਿੱਤਰ ਤੇ ਵੈਰੀ ਇੱਕੋ ਜਿਹੇ ਨੇ। ਤੇ ਫਿਰ ਸਵਾਲ ਖੜਾ ਹੋ ਜਾਂਦਾ ਵੀ ਵੈਰੀਆਂ ਦੇ ਉੱਤੇ ਕਿਰਪਾਨ ਕਿੱਦਾਂ ਚੱਲ ਜਾਂਦੀ ਹੈ? ਇਹਦਾ ਮਤਲਬ ਸਿਰਫ ਇੰਨਾ ਕੁ ਹੈ ਵੀ ਜਿਹੜਾ ਆਇਆ ਹੀ ਕਿਰਪਾਨ ਲੈ ਕੇ ਤੇ ਖਤਮ ਕਰਨ ਦੇ ਲਈ ਹੈ, ਜੇ ਉਹਦਾ ਮੁਕਾਬਲਾ ਨਾ ਕੀਤਾ ਗਿਆ ਫਿਰ ਤਾਂ ਦੁਨੀਆ ਕਾਇਰ ਆਖੇਗੀ। ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹਦੇ ਨਾਲ ਲੜਦੇ ਪਏ ਆ ਉਹਦੇ ਨਾਲ ਸਾਡਾ ਵੈਰ ਹੈ। ਸਾਡੇ ਨਾਲ ਤੇ ਇੱਦਾਂ ਵੀ ਹੁੰਦਾ ਰਿਹਾ ਨਾ। ਤੁਸੀਂ ਇਤਿਹਾਸ ਦੇ ਵਿੱਚੋਂ ਇਸ ਵਾਕਿਆ ਨੂੰ ਪੜ੍ਹਿਆ ਵੀ ਜੇ ਕਿਤੇ ਲੰਗਰ ਛਕਦਿਆਂ ਕਿਤੇ ਦੁਸ਼ਮਣ ਵੀ ਆ ਗਿਆ ਤੇ ਇਹ ਥੋੜ੍ਹਾ ਵੀ ਉਹਨੂੰ ਬਾਂਹ ਫੜ ਕੇ ਪੰਗਤ ਜੇ ਵਿੱਚੋਂ ਉਠਾਤਾ ਵੀ ਤੂੰ ਕਾਹਦੇ ਲਈ ਲੰਗਰ ਛਕਣ ਬਹਿ ਗਿਆ। ਉਸ ਸਮੇਂ ਬੈਰੀ ਕਿਮ ਆਵੇ ਪਰਮ ਮੀਤ ਸਮ ਤਾਹੇ ਛਕਾਵੇ। ਉਹਨੂੰ ਵੀ ਮਿੱਤਰ ਬਣਾ ਕੇ ਛਕਾਣ ਦੇ ਵੀ ਚੱਲ ਤੂੰ ਵੀ ਛਕ ਲੈ, ਕੋਈ ਗੱਲ ਨਹੀਂ। ਹਜ਼ੂਰ ਕਹਿੰਦੇ ਇੱਦਾਂ ਇਹ ਨਾ ਕਮਿਊਨਿਟੀ ਕਰੈਕਟਰ ਹੁੰਦਾ ਹੈ। ਸਾਡੇ ਕੋਲ ਸਮਾਂ ਜ਼ਿਆਦਾ ਨਹੀਂ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਕਮਿਊਨਿਟੀ ਕਰੈਕਟਰ ਹੁੰਦਾ ਹੈ ਕਿ ਆਮ ਜਿਹੜੀ ਸਾਡੀ ਕਮਿਊਨਿਟੀ ਹੈ ਕੀ ਸੋਚਦੀ ਹੈ ਇਹਨਾਂ ਚੀਜ਼ਾਂ ਦੇ ਬਾਰੇ। 84 ਦਾ ਹਵਾਲਾ ਹੈ, ਕਿੰਨਿਆਂ ਦੇ ਘਰ ਸਾੜੇ, ਕਿੰਨਿਆਂ ਦੀਆਂ ਦੁਕਾਨਾਂ ਸਾੜ ਦਿੱਤੀਆਂ, ਤੇ ਕੀ ਉਹਨਾਂ ਦੇ ਵਿੱਚੋਂ, ਮੈਂ ਨਹੀਂ ਕਹਿੰਦਾ ਮੈਂ ਖਵਾਉਣ ਵਾਲਾ ਹਾਂ, ਅੱਜ ਜਿੰਨਿਆਂ ਨੇ ਸਾੜੇ ਹੋਣਗੇ ਕਦੀ ਗੁਰਦੁਆਰੇ ਵਿੱਚ ਰੋਟੀ ਨਹੀਂ ਖਾਧੀ ਹੋਵੇਗੀ ਆ ਕੇ।
ਕਿ ਪਹਿਲਾਂ ਕਦੀ ਨਹੀਂ ਸੀ ਖਾਧੀ ਹੋਵੇਗੀ, ਬਹੁਤੇ ਉਹ ਬੈਠੇ ਹੋਣਗੇ। ਮਰਦ ਕਹਿੰਦੇ ਇਹ ਫਿਰ ਵੀ ਕਿਰਪਾ ਵਾਲੇ ਨੇ, ਇਹ ਫਿਰ ਵੀ ਕਹਿ ਦਿੰਦੇ ਨੇ ਵੀ ਕੋਈ ਨਹੀਂ, ਛਕ ਲਓ। ਇੱਦਾਂ ਦਾ ਖਿਆਲ ਸਾਡੀ ਕਮਿਊਨਿਟੀ ਦੇ ਵਿੱਚ ਤੇ ਸਾਡੇ ਇੰਡੀਵਿਜੂਅਲ ਲਾਈਫ ਜਿਹੜੀ ਹੈ ਨਾ ਉਹਦੇ ਵਿੱਚ ਵੀ ਬਣੇ ਰਹਿਣੇ ਚਾਹੀਦੇ ਨੇ। ਮੇਰਾ ਕਿਸੇ ਨਾਲ ਵੈਰ ਹੈ ਉਹ ਐਡਾ ਲੰਮਾ ਨਹੀਂ ਹੈ ਵੀ ਮੈਂ ਜ਼ਿੰਦਗੀ ਦੇ ਵਿੱਚ ਉਹਦੇ ਬਾਰੇ ਸੋਚੀ ਜਾਵਾਂ। ਬਸ ਹੋ ਗਈ ਆ ਗੱਲ ਤੇ ਬੱਚੇ ਵਾਲਾ ਸੁਭਾਅ ਹੈ, ਬੱਚਾ ਰੋਇਆ, ਬੱਚਾ ਖਪਿਆ ਤੇ 2-4 ਮਿੰਟ ਬਾਅਦ ਚੇਤਾ ਵੀ ਭੁੱਲ ਗਿਆ ਵੀ ਗੱਲ ਖਤਮ ਹੋ ਗਈ। ਆਪਣੀ ਜ਼ਿੰਦਗੀ ਲੈ ਕੇ ਚੱਲੀਏ ਨਾ। ਹਜ਼ੂਰ ਕਹਿੰਦੇ ਨੇ ਇੱਦਾਂ ਬ੍ਰਹਮ ਗਿਆਨੀ ਕਿ ਮਿੱਤਰ ਸ਼ਤਰ ਸਮਾਨ, ਸ਼ਤਰੂ ਉਹਦੇ ਦਿਮਾਗ ਦੇ ਉੱਤੇ ਹਾਵੀ ਨਹੀਂ ਹੁੰਦਾ, ਬੜਾ ਸੌਖਾ ਹੈ, ਤੇ ਨਾ ਹੀ ਮਿੱਤਰ ਹਾਵੀ ਹੁੰਦਾ ਹੈ। ਉਹਨਾਂ ਦੋਵਾਂ ਤੋਂ ਨਿਰਲੇਪ ਰਹਿ ਕੇ ਚੱਲਦਾ ਹੈ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕਹਿ ਨਾ ਹੀ ਅਭਿਮਾਨ, ਤੇ ਫਿਰ ਇਹਨਾਂ ਗੱਲਾਂ ਦਾ ਨੂੰ ਹੰਕਾਰ ਵੀ ਨਹੀਂ ਹੈ ਵੀ ਨਾ ਮੇਰੇ ਮਿੱਤਰਾਂ ਦੀ ਗਿਣਤੀ ਜ਼ਿਆਦਾ ਤੇ ਨਾ ਮੇਰੇ ਵੈਰੀਆਂ ਦੀ ਜ਼ਿਆਦਾ, ਤੇ ਮੈਂ ਵੈਰੀ ਸਿੱਧੇ ਕਰਕੇ ਰੱਖੇ ਹੋਏ ਨੇ। ਇਹਨਾਂ ਗੱਲਾਂ ਦਾ ਹੰਕਾਰ ਵੀ ਨਹੀਂ, ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ। ਬ੍ਰਹਮ ਗਿਆਨੀ ਊਚ ਤੇ ਉੱਚਾ, ਉੱਚਿਆਂ ਦੇ ਵਿੱਚੋਂ ਉੱਚਾ ਹੈ ਬ੍ਰਹਮ ਗਿਆਨੀ। ਮਨ ਆਪਣੇ ਹੈ ਸਭ ਤੇ ਨੀਚਾ, ਪਰ ਆਪਣੇ ਮਨ ਦੇ ਵਿੱਚ ਕੀ ਹੈ? ਸਾਰਿਆਂ ਤੋਂ ਨੀਵਾਂ ਹੈ। ਇਹ ਵੀ ਇੱਕ ਨਾ ਜ਼ਿੰਦਗੀ ਦੀ ਖੇਡ ਜਿਹੀ ਹੈ। ਕਿਸੇ ਵੇਲੇ ਅਸੀਂ ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਇੰਨਾ ਨੀਵਾਂ ਰੱਖ ਲਈਏ ਨਾ, ਤਾਂ ਫਿਰ ਸਾਰੇ ਪੈਰ ਰੱਖ ਕੇ ਲੰਘਣਾ ਸ਼ੁਰੂ ਕਰ ਦਿੰਦੇ ਨੇ। ਸਾਨੂੰ ਪਤਾ ਹੁੰਦਾ ਵੀ ਇੱਕ ਹੁੰਦਾ ਹੈ ਸਾਡਾ ਸਟੇਟਸ, ਵੀ ਜੇ ਮੈਂ ਇਹਦੇ ਤੋਂ ਨੀਵਾਂ ਗਿਆ ਨਾ ਤੇ ਲੋਕੀ ਮੇਰੀ ਕਦਰ ਕਰਨੀ ਬੰਦ ਕਰ ਦੇਣਗੇ। ਇਸ ਕਰਕੇ ਕਦਰ ਨਹੀਂ ਘਟਾਉਣੀ ਆਪਣੀ। ਮਹਾਰਾਜ ਜੀ ਦੇ ਨਾਲ ਵੇਖੋ ਨਾ, ਆਪਾਂ ਜ਼ਿੰਦਗੀ 'ਚ ਇਸ ਗੱਲ ਨੂੰ ਵੇਖਿਆ ਵੀ ਜਦੋਂ ਕਿਰਪਾਨਾਂ ਖੋਲੀਆਂ ਗਈਆਂ ਉਹਨਾਂ ਲੋਕਾਂ ਦੇ ਕੋਲੋਂ ਜਿਹੜੇ ਲੋਕ ਕਦੀ ਕਦੀ ਕਿਰਪਾਨ ਚਲਾਉਂਦੇ ਸੀ, ਤੇ ਉਹਨਾਂ ਦੇ ਨਾਲ ਫਿਰ ਕਿੱਦਾਂ ਦਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਵੀ ਤੁਹਾਡਾ ਕੰਮ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ, ਤੁਸੀਂ ਪੈਸੇ ਵੀ ਨਹੀਂ ਮੰਗ ਸਕਦੇ ਇਸ ਸੇਵਾ ਦੇ ਬਦਲੇ ਦੇ ਉੱਤੇ। ਤੇ ਗੁਰੂ ਸਾਹਿਬ ਨੇ ਕੀ ਕੀਤਾ ਵੀ ਭਾਈ ਸਵੈਮਾਨ ਜਗਾਓ, ਤੁਸੀਂ ਕੁਝ ਹੋ, ਇਹਨੂੰ ਤੇ ਲੈ ਕੇ ਚੱਲੋ, ਕਿਰਪਾਨਾਂ ਲੈ ਕੇ ਚੱਲੋ। ਉਹਨਾਂ ਨੇ ਰਾਜ ਭਾਗ ਮਾਣੇ। ਫਿਰ ਆਪਣੇ ਆਪ ਨੂੰ ਇੰਨਾ ਨੀਵਾਂ ਵੀ ਨਹੀਂ ਰੱਖਣਾ ਵੀ ਹਾਂਜੀ ਮੈਂ ਤੇ ਕੁਝ ਹਾਂ ਹੀ ਨਹੀਂ। ਸਟੇਟਸ ਆਪਣਾ ਬਣਾ ਕੇ ਚੱਲਣਾ ਹੈ, ਕੁਝ ਬਣਾ ਕੇ ਚੱਲਣਾ ਹੈ ਵੀ ਆਪਣੇ ਗੁਣਾਂ ਦੀ ਕਦਰ ਕਿੱਦਾਂ ਪਵਾਉਣੀ ਹੈ। ਸੁਸਾਇਟੀ ਇੱਦਾਂ ਹੀ ਚੱਲਦੀ ਹੈ। ਪਰ ਨਾਲ ਕਹਿ ਦਈਏ ਇਹ ਨਹੀਂ ਵੀ ਸਾਡੇ ਮਨ ਦੇ ਵਿੱਚ ਕੀੜਾ ਹੋਵੇ ਵੀ ਮੈਂ ਹੀ ਦੁਨੀਆ ਦੇ ਉੱਤੇ ਆ ਗਿਆ ਹਾਂ, ਬਸ ਮੈਂ ਮਨ ਦੇ ਵਿੱਚ ਬੜਾ ਨੀਵਾਂ ਹਾਂ। ਕਈਆਂ ਦੇ ਨਾਲ ਮੈਨੂੰ ਗੱਲ ਕਰਨੀ ਪੈਂਦੀ ਹੈ, ਅਸੀਂ ਸਾਰੇ ਹੀ ਕਰਦੇ ਹਾਂ। ਆਪਣੇ ਤੋਂ ਨੀਵੇਂ ਦੇ ਨਾਲ ਇਹ ਨਹੀਂ ਵੀ ਮੈਂ ਉਹਨੂੰ ਇਸ ਕਰਕੇ ਨੀਵਾਂ ਮੰਨਦਾ ਹਾਂ ਵੀ ਕੋਈ ਜਾਤ ਕਰਕੇ ਨੀਵਾਂ ਹੈ ਜਾਂ ਮੇਰੇ ਤੋਂ ਕਿਸੇ ਹੋਰ ਕਾਰਨ ਕਰਕੇ ਨੀਵਾਂ ਹੈ। ਪੋਸਟ ਹੈ ਨਾ, ਤੁਸੀਂ ਪੀਐਨ ਨੂੰ ਤੇ ਪ੍ਰਿੰਸੀਪਲ ਨੂੰ ਇੱਕ ਥਾਂ 'ਤੇ ਕਿੱਦਾਂ ਰੱਖ ਸਕਦੇ ਜੇ ਇੱਕ ਥਾਂ 'ਤੇ ਰੱਖੋਗੇ ਤਾਂ ਕੱਲ੍ਹ ਨੂੰ ਕੋਈ ਪ੍ਰਿੰਸੀਪਲ ਬਣਨ ਨੂੰ ਤਿਆਰ ਹੈ। ਸਾਰੇ ਕਹਿਣਗੇ ਵੀ ਪੀਐਨ ਬਣਨਾ ਸੌਖਾ, ਕਿਉਂਕਿ ਉਹਦੇ ਲਈ ਪੜ੍ਹਨਾ ਨਹੀਂ ਪੈਂਦਾ। ਚਲੋ ਫਿਲਹਾਲ ਤਾਂ ਦੇਸ਼ ਦੇ ਹਾਲ ਹੀ ਇੱਦਾਂ ਦੇ ਵੀ ਪੜ੍ਹੇ ਲਿਖੇ ਵੀ ਜ਼ਿਆਦਾ ਅਪਲਾਈ ਕਰ ਦਿੰਦੇ ਨੇ, ਪਰ ਜੇ ਬਰਾਬਰ ਤਨਖਾਹ ਦੇ ਦਿੱਤੀ ਦੋਵਾਂ ਨੂੰ ਤੇ ਕੌਣ ਹੋਵੇਗਾ ਪ੍ਰਿੰਸੀਪਲ? ਕੌਣ ਦਿਮਾਗ ਖਰਚੇਗਾ? ਕੋਈ ਨਹੀਂ ਖਰਚਦਾ ਫਿਰ, ਕਿਉਂਕਿ ਵਿਹਲੇ ਰਹਿਣ ਦੀ ਆਦਤ ਹੈ। ਇਸ ਕਰਕੇ ਸਟੇਟਸ ਆਪਣਾ ਬਣਾ ਕੇ ਰੱਖਣਾ, ਪਰ ਨਾਲ ਕੀ ਹੈ? ਮਨ ਦੇ ਵਿੱਚ ਕੁਝ ਨਹੀਂ। ਮੈਂ ਜਿੰਨਾ ਚਿਰ ਹਾਂ ਉਹਨਾਂ ਚਿਰ ਮੈਂ ਸਟੇਟਸ ਲਈ ਵਰਤਦਾ ਹਾਂ। ਜਦੋਂ ਮੈਂ ਆਪਣੀ ਜੌਬ ਤੋਂ ਪਿੱਛੇ ਹੁੰਦਾ ਹਾਂ ਫਿਰ ਮੈਂ ਇੱਕ ਆਮ ਜਿਹਾ ਬੰਦਾ ਹੁੰਦਾ। ਕਈ ਰਿਟਾਇਰ ਵੀ ਹੋ ਜਾਂਦੇ ਤਾਂ ਵੀ ਆਪਣੇ ਨੌਕਰੀ ਸਮਝੀ ਜਾਂਦੇ ਵੀ ਅਸੀਂ ਅਜੇ ਵੀ ਨੌਕਰੀ ਕਰਦੇ ਪਏ ਹਾਂ। ਨਹੀਂ, ਇੱਦਾਂ ਦੀ ਗੱਲ ਨਹੀਂ। ਬਾਹਰ ਨਿਕਲਦੇ ਹੀ ਭਰਾ ਹੋ ਗਏ। ਇੱਕ ਛੋਟੀ ਜਿਹੀ ਘਟਨਾ ਹੈ, ਕਿਉਂਕਿ ਗੱਲ ਦੇ ਵਿੱਚੋਂ ਗੱਲ ਨਿਕਲ ਆਈ, ਮੈਂ ਬੇਨਤੀ ਕਰਦੇ ਹਾਂ, ਫਿਰ ਅਸੀਂ ਵਿਆਖਿਆ ਕਰਾਂਗੇ। ਪਿੱਛੇ ਜੇ ਘਟਨਾ ਮੈਨੂੰ ਪੜ੍ਹਨ ਦੇ ਲਈ ਮਿਲੀ ਸੀ। ਉਹ ਕਹਿੰਦੇ ਵੀ ਇੱਕ ਵਪਾਰੀ ਸੀ ਬੜਾ ਤਗੜਾ, ਤੇ ਉਹਨੇ ਜਦੋਂ ਆਪਣੇ ਡਰਾਈਵਰ ਦੇ ਨਾਲ ਅੰਮ੍ਰਿਤਸਰ ਜਾਣਾ ਨਾ, ਤੇ ਜਿੱਥੇ ਮਾਨਾ ਵਾਲਾ ਹੈ, ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਹੈ, ਇੱਥੇ ਆ ਕੇ ਤੇ ਉਹਨਾਂ ਨੇ ਆਪਣੇ ਡਰਾਈਵਰ ਨੂੰ ਇਹ ਕਹਿ ਦੇਣਾ ਵੀ ਵੇਖ ਭਾਈ, ਜਿੱਥੇ ਤੂੰ ਮੇਰੀ ਨੌਕਰੀ ਕਰਦਾ ਹੈ ਉੱਥੇ ਤੂੰ ਮੇਰਾ ਨੌਕਰ ਹੈ, ਪਰ ਹੁਣ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਸ਼ਹਿਰ ਦੇ ਵਿੱਚ ਆ ਗਏ ਹਾਂ, ਇੱਥੇ ਨਾ ਤੂੰ ਮੇਰਾ ਨੌਕਰ ਹੈ ਤੇ ਨਾ ਮੈਂ ਤੇਰਾ ਮਾਲਕ, ਇੱਥੇ ਅਸੀਂ ਦੋਵੇਂ ਬਰਾਬਰ ਹੋ ਕੇ ਬੈਠ ਗਏ ਹਾਂ। ਇੱਦਾਂ ਦੇ ਖਿਆਲ ਸਾਡੇ ਵਿੱਚ ਨਾ ਵੱਡੇ ਹੋਣੇ ਚਾਹੀਦੇ ਸੀ। ਠੀਕ ਹੈ, ਅਸੀਂ ਜੋ ਹਾਂ ਬਾਹਰ ਹਾਂ ਗੁਰਦੁਆਰੇ ਦੇ, ਮੈਂ ਕੀ ਹਾਂ ਕੀ ਨਹੀਂ ਹਾਂ, ਪਰ ਜਦੋਂ ਗੁਰਦੁਆਰੇ ਆ ਗਏ ਕਿਹੜਾ ਮਾਲਕ ਤੇ ਕਿਹੜਾ ਨੌਕਰ, ਇੱਥੇ ਸਾਰੇ ਭਾਈ ਬਣ ਕੇ ਬੈਠੇ ਹੋਏ, ਬਰਾਬਰ ਹੋ ਕੇ ਬੈਠੇ ਨੇ। ਸਤਿਗੁਰੂ ਨੇ ਉਹ ਗੱਲ ਕਹੀ, ਮਨ ਤੋਂ ਇੰਨਾ ਨੀਵਾਂ ਮੰਨਿਆ ਆਪਣੇ ਆਪ ਨੂੰ ਵੀ ਸਾਰੀ ਸੰਗਤ ਮੇਰੇ ਤੋਂ ਉੱਚੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਦੀ ਹੀ ਗੱਲ ਹੈ। ਕਾਬਲ ਤੋਂ ਸੰਗਤ ਆਈ ਤੇ ਸੰਗਤ ਬਾਏ ਫੇਸ ਗੁਰੂ ਅਰਜਨ ਸਾਹਿਬ ਨੂੰ ਜਾਣਦੀ ਨਹੀਂ ਸੀ, ਤੇ ਸਤਿਗੁਰੂ ਨੂੰ ਪਤਾ ਲੱਗਾ, ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਹੈ ਅੰਮ੍ਰਿਤਸਰ ਦੇ ਵਿੱਚ ਹੀ, ਸਤਿਗੁਰੂ ਨੂੰ ਪਤਾ ਲੱਗਾ ਵੀ ਸੰਗਤ ਕਾਬਲ ਤੋਂ ਆਈ ਹੈ। ਸੰਗਤ ਨੂੰ ਆਉਂਦਿਆਂ ਸ਼ਾਮਾਂ ਪੈ ਗਈਆਂ, ਰਾਤ ਬੈਠੀ ਰਹੀ ਸੰਗਤ, ਤੇ ਗੁਰੂ ਸਾਹਿਬ ਸਾਰੀ ਰਾਤ ਸੰਗਤ ਦੀ ਸੇਵਾ ਕਰਦੇ ਰਹੇ। ਸਵੇਰੇ ਆ ਕੇ ਜਦੋਂ ਸੰਗਤ ਨੇ ਵੇਖਿਆ ਵੀ ਇਹ ਤੇ ਉਹੀ ਨੇ ਜਿਹੜੇ ਸਾਰੀ ਰਾਤ ਸੇਵਾ ਕਰਦੇ ਪਏ ਨੇ, ਹਾਲਾਂਕਿ ਉਸੇ ਸਤਿਗੁਰੂ ਦੇ ਦਰਸ਼ਨ ਕਰਨ ਆਏ ਨੇ, ਮਹਾਰਾਜ ਆਪ ਜੋੜਿਆਂ ਦੀ ਸੇਵਾ ਕਰਦੇ ਪਏ ਨੇ। ਇਹ ਕੀ ਕਾਰਨ ਹੋ ਗਿਆ? ਆਪਣੇ ਆਪ ਨੂੰ ਡਾਊਨ ਟੂ ਅਰਥ ਰੱਖਿਆ ਵੀ ਕਦੀ ਐਡਾ ਵੱਡਾ ਮੰਨਿਆ ਹੀ ਨਹੀਂ ਵੀ ਮੈਨੂੰ ਨੀਵੇਂ ਹੋਣ ਦੇ ਵਿੱਚ ਦਿੱਕਤ ਆਵੇ। ਮੈਨੂੰ ਕੋਈ ਦਿੱਕਤ ਨਹੀਂ, ਮੈਂ ਛੋਟੇ ਦੇ ਲਾਗੇ ਜਾ ਕੇ ਵੀ ਸਿੱਖ ਲੈਣਾ ਹਾਂ ਗੱਲ, ਕਿਉਂਕਿ ਮੈਨੂੰ ਨੀਵਾਂ ਹੋਣਾ ਆਉਂਦਾ ਹੈ। ਤੇ ਜੇ ਮੈਂ ਪਹਿਲਾਂ ਹੀ ਇੰਨਾ ਆਕੜਿਆ ਹਾਂ ਵੀ ਮੈਂ ਨੀਵਾਂ ਕਿਉਂ ਹੋਵਾਂ, ਫਿਰ ਬੜਾ ਦੁੱਖ ਲੱਗਦਾ ਵੀ ਹਾਏ ਝੁਕਾਂ ਕਿਉਂ। ਮਹਾਰਾਜ ਕਹਿੰਦੇ ਆਹ ਚੀਜ਼ ਲੈ ਕੇ ਚੱਲਦਾ ਹੈ। ਮਨ ਆਪਣੇ ਹੈ ਸਭ ਤੇ ਨੀਚਾ ਹੈ, ਸਾਰਿਆਂ ਤੋਂ ਉੱਚਾ ਹੈ।
ਪਰ ਨੀਵਾਂ ਰਹਿ ਕੇ ਚੱਲਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਉਹੀ ਬਣਦੇ ਨੇ। ਕੌਣ? ਨਾਨਕ ਜਿਨ ਪ੍ਰਭ ਆਪ ਕਰੇ, ਜਿਨ੍ਹਾਂ ਨੂੰ ਮਾਲਕ ਬਣਾ ਦਿੰਦਾ ਹੈ। ਕਿਤੇ ਮਿਹਨਤਾਂ ਵਾਲੇ ਕੰਮ ਥੋੜ੍ਹਾ ਹੈਗੇ ਨੇ। ਇਹ ਨਹੀਂ ਵੀ ਮਿਹਨਤ ਨਹੀਂ ਕਰਨੀ, ਪਰ ਇਹ ਬਖਸ਼ਿਸ਼ਾਂ ਦੇ ਪੈਂਡੇ ਜ਼ਿਆਦਾ ਵੱਡੇ ਨੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਸਾਰਿਆਂ ਦੇ ਚਰਨਾਂ ਦੀ ਰੇਣ ਹੈ, ਨੀਵਾਂ ਮੰਨਦਾ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਤੇ ਬ੍ਰਹਮ ਗਿਆਨੀ ਨੇ ਆਪਣੇ ਆਤਮਕ ਰਸ ਨੂੰ, ਜਿਹੜਾ ਆਤਮਾ ਉਹਦੇ ਅੰਦਰ ਪਰਮਾਤਮਾ ਦਾ ਅੰਸ਼ ਹੈ ਨਾ, ਸਤਿਗੁਰੂ ਕਹਿੰਦੇ ਉਹਦੇ ਸਵਾਦ ਨੂੰ ਮਾਣਦਾ ਪਿਆ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਮਾਇਆ ਕਿਰਪਾ। ਬ੍ਰਹਮ ਗਿਆਨੀ ਦੀ ਸਾਰਿਆਂ ਦੇ ਉੱਤੇ ਕਿਰਪਾ ਹੈ। ਇਹ ਨਹੀਂ ਵੀ ਅੱਧਿਆਂ ਦੇ ਉੱਤੇ ਚੰਗਾ ਹੈ ਤੇ ਅੱਧਿਆਂ ਦੇ ਨਾਲ ਉਹਦਾ ਵਿਹਾਰ ਬੁਰਾ ਹੈ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਕੁਝ ਵੀ ਉਹਦੇ ਕੋਲੋਂ ਬੁਰਾ ਨਹੀਂ ਹੁੰਦਾ ਹੈ। ਮਤਲਬ ਪਹਿਲਾਂ ਹੀ ਜ਼ਿੰਦਗੀ ਇੰਨੀ ਸਾਦੀ ਹੋਈ ਹੈ ਇਹਨੇ ਵੀ ਉਹਦੇ ਕੋਲੋਂ ਗਲਤੀਆਂ ਨਹੀਂ ਹੁੰਦੀਆਂ। ਹਜ਼ੂਰ ਕਹਿੰਦੇ ਨੇ ਬ੍ਰਹਮ ਗਿਆਨੀ ਸਦਾ ਸਮਦਰਸ਼ੀ। ਸਮ ਬਰਾਬਰ, ਦਰਸ਼ੀ ਦਾ ਮਤਲਬ ਵੇਖਣ ਵਾਲਾ, ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ ਵੇਖਣ ਵਾਲਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਪਰ ਉਹਦੀ ਵੇਖਣੀ ਦੇ ਵਿੱਚ ਇੰਨਾ ਪਿਆਰ ਹੈ, ਸਮਝ ਲਓ ਵੀ ਅੰਮ੍ਰਿਤ ਵਰਸਦਾ ਪਿਆ ਹੈ ਉਹਦੀਆਂ ਅੱਖਾਂ ਦੇ ਵਿੱਚ। ਅਕਸਰ ਅਸੀਂ ਗੱਲ ਕਰਦੇ ਹੁੰਦੇ ਨਾ ਵੀ ਵੇਖਣੀ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਕਿਹੜੇ ਤਰੀਕੇ ਨਾਲ ਵੇਖਦਾ ਪਿਆ। ਸਾਰਾ ਕੁਝ ਤੇ ਮਾਲਕ ਨੇ ਸਾਡੇ ਸਰੀਰ ਦੇ ਵਿੱਚ ਪਾਇਆ ਤੇ ਸਰੀਰ ਦੇ ਵਿੱਚੋਂ ਫਿਰ ਸਾਡੇ ਮੂੰਹ ਦੇ ਉੱਤੇ ਪਾ ਦਿੱਤਾ, ਚਿਹਰੇ 'ਤੇ ਪਾ ਦਿੱਤਾ। ਜਿਹੜਾ ਬੰਦਾ ਜਿੱਦਾਂ ਵੇਖੇਗਾ ਉਹਦੀ ਵੇਖਣੀ ਤੋਂ ਹੀ ਪਤਾ ਲੱਗ ਜਾਵੇਗਾ ਵੀ ਇਹ ਕਿਹੜੇ ਤਰੀਕੇ ਦੇ ਨਾਲ ਤੇ ਕਿਹੜੀ ਫੀਲਿੰਗ ਦੇ ਨਾਲ ਅੰਦਰੋਂ ਵੇਖਦਾ ਪਿਆ ਹੈ। ਸਤਿਗੁਰੂ ਕਹਿੰਦੇ ਏਡਾ ਪਿਆਰ ਹੈ ਉਹਦੇ ਅੰਦਰ, ਜਦੋਂ ਵੀ ਉਹ ਕਿਸੇ ਦੇ ਵੱਲ ਵੇਖਦਾ ਹੈ ਤੇ ਇੰਝ ਲੱਗਦਾ ਹੈ ਵੀ ਬਸ ਅੰਮ੍ਰਿਤ ਹੀ ਝੜਦਾ ਪਿਆ ਹੈ। ਇਸੇ ਕਰਕੇ ਭਾਈ ਨੰਦ ਲਾਲ ਕਹਿੰਦੇ ਵੀ ਹਿੰਮਤ ਨਹੀਂ ਪੈਂਦੀ ਸਾਡੀ ਵੀ ਸਾਡੇ ਵੱਲ ਸਾਰੀ ਜ਼ਿੰਦਗੀ ਵੇਖਦਾ ਰਹੇ, ਬਸ ਇੱਕ ਵਾਰ ਵੇਖ ਲਵੇ ਇਨਫ ਹੈ ਸਾਡੇ ਲਈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਹਰ ਤਰੀਕੇ ਦੇ ਵਹਿਮਾਂ ਭਰਮਾਂ ਤੋਂ, ਹਰ ਤਰੀਕੇ ਦੇ ਕਰਮ ਕਾਂਡਾਂ ਤੋਂ, ਹਰ ਤਰੀਕੇ ਦੇ ਅੰਦਰਲੇ ਵਿਕਾਰਾਂ ਦੇ ਬੰਧਨ ਤੋਂ ਮੁਕਤ ਹੈ ਉਹ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਦੀ ਜ਼ਿੰਦਗੀ ਜੀਣ ਦਾ ਜਿਹੜਾ ਤਰੀਕਾ ਹੈ ਨਾ ਉਹ ਬੜਾ ਪਵਿੱਤਰ ਹੈ, ਨਿਰਮਲ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਆਤਮਿਕ ਤੌਰ ਦੇ ਉੱਤੇ ਉਹਦਾ ਭੋਜਨ ਕਿਹੜਾ ਹੈ? ਮਾਲਕ ਦੇ ਨਾਮ ਦਾ ਭੋਜਨ। ਬਾਹਰ ਅਸੀਂ ਵੀ ਪ੍ਰਸ਼ਾਦਾ ਛਕਦੇ ਹਾਂ, ਬਾਹਰ ਗੁਰੂ ਨਾਨਕ ਸਾਹਿਬ ਨੇ ਵੀ ਪ੍ਰਸ਼ਾਦਾ ਛਕਿਆ ਹੈ, ਪਰ ਅੰਦਰ ਆਤਮਿਕ ਭੋਜਨ ਜਿਹੜਾ ਹੈ ਉਹ ਗਿਆਨ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਉਹਦੀ ਅੰਦਰ ਦੀ ਜਿਹੜੀ ਸੁਰਤ ਹੈ ਉਹ ਬ੍ਰਹਮ ਦੇ ਵੱਲ ਧਿਆਨ ਹੈ, ਇਹ ਉਹਦਾ ਗਿਆਨ ਹੈ, ਇਹ ਉਹਦਾ ਭੋਜਨ ਹੈ। ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਏਕ ਉੱਪਰ ਆਸ। ਉਹਦੀ ਆਸ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਹੈ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਮਹਾਰਾਜ ਕਹਿੰਦੇ ਉਹਨੂੰ ਠੱਗਿਆ ਨਹੀਂ ਜਾ ਸਕਦਾ। ਮਤਲਬ ਇਹ ਨਹੀਂ ਵੀ ਮੈਂ ਸੋਚਾਂ ਵੀ ਖਤਮ ਕਰ ਦਿੱਤਾ ਤੇ ਖਤਮ ਹੋ ਗਿਆ। ਮਹਾਰਾਜ ਜੀ ਨੇ ਇੱਕ ਗੱਲ ਬੋਲੀ ਸੀ ਨਾ ਔਰੰਗਜ਼ੇਬ ਨੂੰ ਵੀ ਤੈਨੂੰ ਲੱਗਦਾ ਹੈ ਵੀ ਤੂੰ ਸ਼ਾਇਦ 4 ਬੱਚੇ ਖਤਮ ਕਰ ਦਿੱਤੇ ਤੇ ਸਾਰਾ ਕੁਝ ਖਤਮ ਹੋ ਗਿਆ ਜੇ ਤੇ ਕੁੰਡਲੀਆ ਖਾਲਸਾ ਜਿੰਦਾ ਹੈ। ਇਹ ਬੰਦੇ ਨੂੰ ਲੱਗਦਾ ਵੀ ਵਕਤੀ ਤੌਰ ਦੇ ਉੱਤੇ ਸੋਚ ਮਾਰ ਦਿੱਤੀ ਹੈ, ਉਹ ਸਗੋਂ ਹੋਰ ਵੱਧ ਜਾਂਦੀ ਹੈ। ਸਤਿਗੁਰੂ ਕੀ ਕਹਿ ਰਹੇ ਨੇ? ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਉਹਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹ। ਦਿਲ ਦੇ ਵਿੱਚ ਗਰੀਬੀ ਸਮਾਈ ਰਹਿੰਦੀ ਹੈ, ਨੀਵਾਂ ਬਣ ਕੇ ਰਹਿੰਦਾ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਉਤਸ਼ਾਹ। ਉਹਦੇ ਅੰਦਰ ਚਾਹ ਹੈ ਵੀ ਮੈਂ ਪਰ ਉਪਕਾਰ ਕਰਾਂ, ਉਹਦੇ ਅੰਦਰ ਚਾਹ ਹੈ ਵੀ ਮੈਂ ਲੋਕਾਂ ਦਾ ਭਲਾ ਕਰਾਂ। ਫਿਰ ਗੁਰੂ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ। ਉਹ ਪਹਿਲੀ ਗੱਲ ਤੇ ਇਹ ਹੈ ਵੀ ਕਿਸੇ ਵੀ ਕੰਮ ਨੂੰ ਧੰਦਾ ਸਮਝ ਕੇ ਨਹੀਂ ਕਰਦਾ। ਇੱਕ ਹੁੰਦਾ ਹੈ ਕਾਰੋਬਾਰ ਤੇ ਇੱਕ ਹੁੰਦਾ ਹੈ ਧੰਦਾ। ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੋ ਜਾਂਦਾ ਹੈ। ਵੈਸੇ ਅਸੀਂ ਇੱਕ ਜਿਹੀ ਕਰਦੇ ਨੇ। ਕਾਰੋਬਾਰ ਹੁੰਦਾ ਸਾਡੀ ਕਮਾਈ ਲਈ ਜ਼ਰੂਰੀ, ਧੰਦਾ ਉਹ ਹੋ ਜਾਂਦਾ ਜਦੋਂ 3000 ਦੀ ਚੀਜ਼ 30,000 'ਚ ਵਿਕਦੀ ਉਹ ਫਿਰ ਧੰਦਾ ਬਣ ਜਾਂਦਾ। ਇਸ ਕਰਕੇ ਅੱਜ ਦੀ ਵੀ ਇੱਕ ਰਿਪੋਰਟ ਸੀ, ਚਲੋ ਅਸੀਂ ਉਸ ਪਾਸੇ ਨਹੀਂ ਜਾਵਾਂਗੇ। ਬੜਾ ਤਗੜਾ ਸਕੈਂਡਲ ਫੜਿਆ ਗਿਆ, ਬੜੀ ਕਿਰਪਾ ਕੀਤੀ ਉਹਨਾਂ ਨੇ ਸਾਰੀ ਦੁਨੀਆ ਦੇ ਉੱਤੇ, ਖਾਸ ਕਰਕੇ ਦਿੱਲੀ ਵਾਲੇ ਸ਼ਹਿਰ ਦੇ ਉੱਤੇ। ਉਹ ਪੂਰੇ ਦਾ ਪੂਰਾ ਗਰੁੱਪ ਹੀ ਫੜਿਆ ਗਿਆ। ਉਹ ਧੰਦਾ ਬਣ ਜਾਂਦਾ ਉਦੋਂ। ਹਜ਼ੂਰ ਕਹਿੰਦੇ ਪਹਿਲੀ ਗੱਲ ਤੇ ਇਹ ਹੈ ਵੀ ਪਰ ਉਪਕਾਰ ਕਰਦਾ ਹੈ, ਤੇ ਦੂਸਰੀ ਗੱਲ ਹੈ ਵੀ ਧੰਦਿਆਂ ਦੇ ਵਿੱਚ ਫਸਿਆ ਹੋਇਆ ਨਹੀਂ ਹੈ। ਲੋੜ ਵਾਲੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਮਾਲਕ ਉਹਨੂੰ ਦਿੰਦਾ ਹੈ। ਬ੍ਰਹਮ ਗਿਆਨੀ ਲੇ ਧਾਵਤ ਬੰਦਾ। ਸਤਿਗੁਰੂ ਕਹਿੰਦੇ ਨੇ ਆਪਣੇ ਮਨ ਨੂੰ ਬੰਨ੍ਹ ਕੇ ਰੱਖ ਲੈਂਦਾ ਹੈ, ਦੌੜਦੇ ਹੋਏ ਮਨ ਨੂੰ ਕੰਟਰੋਲ ਕਰ ਲੈਂਦਾ ਹੈ ਬ੍ਰਹਮ ਗਿਆਨੀ। ਫਿਰ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ। ਜੋ ਵੀ ਕੁਝ ਹੁੰਦਾ ਹੈ ਉਹ ਭਲਾ ਲੱਗਦਾ ਹੈ ਉਹਨੂੰ। ਇਹ ਨਹੀਂ ਵੀ ਹਾਏ ਰੱਬ ਨੇ ਉਹ ਕੀ ਕਰਤਾ ਤੇ ਰੱਬ ਨੇ ਆਹ ਕਿਉਂ ਕਰਤਾ, ਇੱਦਾਂ ਦਾ ਖਿਆਲ ਹੀ ਨਹੀਂ। ਸਤਿਗੁਰੂ ਕਹਿ ਰਹੇ ਨੇ ਬ੍ਰਹਮ ਗਿਆਨੀ ਸੋ ਫਲ ਫਲਾ। ਜਿਹੜਾ ਆ ਜ਼ਿੰਦਗੀ ਦਾ ਮਨੋਰਥ ਹੈ ਬ੍ਰਹਮ ਗਿਆਨੀ ਉਹਨੂੰ ਹਾਸਲ ਕਰ ਲੈਂਦਾ ਹੈ, ਫਲ ਹਾਸਲ ਕਰ ਲੈਂਦਾ ਹੈ ਇਸ ਜ਼ਿੰਦਗੀ ਦਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਇਹੋ ਜਿਹੇ ਬ੍ਰਹਮ ਗਿਆਨੀ ਦੀ ਸੰਗਤ ਦੇ ਵਿੱਚ ਜਿਹੜਾ ਵੀ ਆ ਗਿਆ
ਸਤਿਗੁਰੂ ਕਹਿੰਦੇ ਸਾਰੇ ਹੀ ਪਾਰ ਹੋ ਜਾਂਦੇ ਨੇ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਦੀ ਕਿਰਪਾ ਇੰਨੀ ਹੁੰਦੀ ਹੈ ਵੀ ਜਿਹੜਾ ਉਹਦੀ ਸੰਗਤ ਦੇ ਵਿੱਚ ਆ ਜਾਂਦਾ ਹੈ ਉਹ ਫਿਰ ਸਾਰਾ ਸੰਸਾਰ ਹੀ ਮਾਲਕ ਨੂੰ ਜਪਣ ਲੱਗ ਪੈਂਦਾ ਹੈ। ਬ੍ਰਹਮ ਗਿਆਨੀ ਕੈ ਇੱਕ ਹੈ ਰੰਗ। ਸਤਿਗੁਰੂ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਹੀ ਬ੍ਰਹਮ ਗਿਆਨੀ ਦੇ ਦਿਲ ਦੇ ਵਿੱਚ ਹੈ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਤਾਂ ਹੀ ਜਿਹੜਾ ਹੈ ਨਾ ਪ੍ਰਭੂ, ਉਹ ਵਾਹਿਗੁਰੂ ਦੇ ਬ੍ਰਹਮ ਗਿਆਨੀ ਦੇ ਅੰਗ ਸੰਗ ਵਸਦਾ ਹੈ। ਉਹਨੂੰ ਹਰ ਵੇਲੇ ਲੱਗਦਾ ਵੀ ਇਹ ਮੇਰੇ ਨਾਲ ਹੈ। ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਉਹਨੂੰ ਨਾਮ ਦਾ ਆਸਰਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਨਾਮ ਹੀ ਉਹਦਾ ਪਰਿਵਾਰ ਹੈ। ਮਤਲਬ ਕੀ ਹੈ? ਬਾਹਰ ਸਾਡਾ ਪਰਿਵਾਰ ਹੈ ਉਹ ਅਲੱਗ ਗੱਲ ਹੈ। ਜਿਹੜੀ ਸਾਡੇ ਅੰਦਰ ਦੀ ਸਟੇਟ ਆਫ ਮਾਈਂਡ ਹੈ, ਸਾਡਾ ਅੰਦਰ ਦਾ ਜੀਵਨ ਹੈ, ਉਹਦੇ ਵਿੱਚ ਸਾਨੂੰ ਕਿਹੜੀਆਂ ਚੀਜ਼ਾਂ ਦਾ ਆਸਰਾ ਹੈ? ਵੀ ਗੁੱਸੇ ਦਾ ਆਸਰਾ ਹੈ, ਈਰਖਾ ਦਾ ਆਸਰਾ ਹੈ ਕਿ ਨਾਮ ਦਾ ਆਸਰਾ ਹੈ? ਸਤਿਗੁਰੂ ਕਹਿੰਦੇ ਨਾਮ ਪਰਿਵਾਰ ਹੈ ਉਹਦਾ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਹਰ ਵੇਲੇ ਇੰਨਾ ਕੁ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਹੈ ਵੀ ਉਹ ਅਵੇਸਲਾ ਨਹੀਂ ਹੁੰਦਾ ਕਦੀ। ਇਹ ਨਹੀਂ ਵੀ ਉਹਦੀ ਭਗਤੀ ਇੱਦਾਂ ਵੀ 2 ਘੰਟੇ ਕਰ ਲਈ ਅਤੇ ਬਸ ਬਹੁਤ, ਹੋਰ ਕਿੰਨਾ ਕੁ ਕਰੀ ਜਾਣਾ, ਨਹੀਂ। ਹਰ ਵੇਲੇ ਸੁਚੇਤ ਹੈ, ਹਰ ਵੇਲੇ ਜਾਗਦਾ ਹੈ। ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ। ਹੰਕਾਰ ਵਾਲੀ ਬੁੱਧੀ ਨੂੰ ਉਹਨੇ ਤਿਆਗ ਦਿੱਤਾ ਹੈ, ਅਹੰ ਨੂੰ ਤਿਆਗ ਦਿੱਤਾ ਹੈ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਉਹਦੇ ਮਨ ਦੇ ਵਿੱਚ ਪਰਮ ਆਨੰਦ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਉਹਨੂੰ ਇਹਨਾਂ ਚੀਜ਼ਾਂ ਦਾ ਆਨੰਦ ਆ ਰਿਹਾ ਹੈ, ਬਹੁਤੀਆਂ ਚੀਜ਼ਾਂ ਦੀ ਫਿਰ ਉਹਨੂੰ ਲੋੜ ਹੀ ਨਹੀਂ। ਜਿਹੜੇ ਬੰਦੇ ਦੇ ਅੰਦਰ ਸਾਰੀ ਚੀਜ਼ ਪਹਿਲਾਂ ਹੀ ਸਕੂਨ ਦੇ ਰਹੀ ਹੋਵੇ ਉਹਨੂੰ ਕਿਹੜੇ ਪਾਸੇ ਲਾਇਆ ਜਾ ਸਕਦਾ ਹੈ? ਹਜ਼ੂਰ ਕਹਿੰਦੇ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਉਹਦੇ ਹਿਰਦੇ ਦੇ ਵਿੱਚ, ਉਹਦੇ ਦਿਲ ਦੇ ਵਿੱਚ ਸਦਾ ਹੀ ਆਨੰਦ ਹੈ। ਸਤਿਗੁਰੂ ਕਹਿ ਰਹੇ ਨੇ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਸੁਖ ਦੇ ਨਾਲ, ਸਹਿਜ ਦੇ ਨਾਲ ਜ਼ਿੰਦਗੀ ਜੀਂਦਾ ਹੈ। ਸੁਖ ਤੇ ਸਹਿਜ। ਸਹਿਜ ਦਾ ਮਤਲਬ ਇਹ ਨਹੀਂ ਵੀ ਡਾਵਾਂਡੋਲ ਹੋਇਆ ਫਿਰਦਾ ਹੈ। ਸਾਰੀ ਜ਼ਿੰਦਗੀ ਬੜੇ ਆਨੰਦ ਦੇ ਨਾਲ ਨਿਕਲਦੀ ਹੈ। ਸੁਰਤ ਦੇ ਵਿੱਚ ਬਾਬਾ ਬੁੱਢਾ ਸਾਹਿਬ ਦੇ ਬਾਰੇ ਸੋਚ ਕੇ ਵੇਖਣਾ, ਬੜਾ ਸਹਿਜ ਹੈ ਜ਼ਿੰਦਗੀ ਦੇ ਵਿੱਚ। ਸੁੱਖ ਸਾਡੇ ਕੋਲ ਬਹੁਤ ਨੇ, ਮਾਲਕ ਨੇ ਬੜੀ ਕਿਰਪਾ ਕੀਤੀ ਹੈ, ਪਰ ਸਹਿਜ ਥੋੜ੍ਹਾ ਜਿਹਾ ਘੱਟ ਹੈ। ਇਸ ਕਰਕੇ ਦਾਤਾਰ ਕਹਿੰਦੇ ਉਹਦੇ ਕੋਲ ਸੁੱਖ ਤੇ ਸਹਿਜ ਹੈ, ਇਹਨਾਂ ਦੋਵਾਂ ਦੇ ਵਿੱਚ ਉਹ ਵਸਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ। ਸਰੀਰਕ ਮੌਤ ਸਾਰਿਆਂ ਦੇ ਉੱਤੇ ਆਉਂਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਆਤਮਿਕ ਤੌਰ ਦੇ ਉੱਤੇ ਉਹਦੀ ਇਸ ਅਵਸਥਾ ਦਾ ਨਾਸ਼ ਨਹੀਂ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬੇਤਾ ਦਾ ਮਤਲਬ ਜਾਣਨ ਵਾਲਾ, ਬ੍ਰਹਮ ਨੂੰ ਜਾਣਨ ਵਾਲਾ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਏਕ ਸੰਗ ਹੇਤਾ। ਉਹਦਾ ਹੇਤ ਪਿਆਰ ਉਹਦਾ ਇੱਕ ਦੇ ਨਾਲ ਹੈ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਉਹਦੇ ਮਨ ਦੇ ਵਿੱਚ ਏਡਾ ਵੱਡਾ ਫਿਕਰ ਨਹੀਂ ਚੱਲਦਾ, ਉਹ ਇੰਨੇ ਬਰਡਨ ਨਹੀਂ ਲੈ ਕੇ ਚੱਲਦਾ। ਇੱਕ ਤਾਂ ਸੌਖਾ ਹੈ ਨਾ, ਸਾਨੂੰ ਪਤਾ ਵੀ ਅਸੀਂ ਕੁਝ ਕਰਨਾ ਹੈ, ਸਾਨੂੰ ਚਿੰਤਾ ਹੈ। ਇੱਕ ਤੇ ਪਤਾ ਵੀ ਅਸੀਂ ਕੁਝ ਕਰ ਵੀ ਨਹੀਂ ਸਕਦੇ, ਫਿਰ ਵੀ ਚਿੰਤਾ ਲੈ ਕੇ ਤੁਰੇ ਫਿਰੇ। ਮਹਾਰਾਜ ਜੀ ਨੇ ਗੱਲ ਬੋਲੀ ਹੈ, ਕਾਹੇ ਰੇ ਮਨ ਚਿਤ ਮਹਿ ਉਦਮ ਜਾਂ ਆਹਰ ਹਰ ਜੀਉ ਪਰਿਆ। ਵੀ ਤੂੰ ਕਿਉਂ ਚਿੰਤਾ ਕਰੀ ਜਾਂਦਾ ਹੈ? ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਵੀ ਇਹ ਨਹੀਂ ਵੀ ਕਿਸੇ ਨਾ ਕਿਸੇ ਗੱਲ ਦੀ ਟੈਨਸ਼ਨ ਨੂੰ ਲੈ ਕੇ ਤੇ ਸਟ੍ਰੈਸ ਬਣਾ ਲਈ ਜ਼ਿੰਦਗੀ ਦੇ ਵਿੱਚ, ਇੱਦਾਂ ਨਹੀਂ ਹੈ ਉਹ। ਬ੍ਰਹਮ ਗਿਆਨੀ ਜਿਹੜਾ ਹੈ ਹਰ ਵੇਲੇ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਟੈਨਸ਼ਨ ਫਰੀ ਲਾਈਫ ਜੀਂਦਾ ਹੈ। ਵੈਸੇ ਤਾਂ 100 ਦੇ ਵਿੱਚੋਂ ਇੱਕ ਅੱਧਾ ਬੰਦਾ ਹੈ ਜਿਹੜਾ ਲੱਭ ਲਈਏ ਪਏ ਇਹਨੂੰ ਕੋਈ ਟੈਨਸ਼ਨ ਨਹੀਂ ਹੈ। 100 ਵੀ ਜ਼ਿਆਦਾ ਹੈ, 1000 ਦੇ ਵਿੱਚੋਂ ਹੀ ਇੱਕ ਅੱਧਾ ਹੋ ਜਾਂਦਾ। ਬਚਪਨ ਦੇ ਵਿੱਚ ਅਸੀਂ ਸਾਰੇ ਜੀ ਕੇ ਆਏ ਹੁੰਦੇ ਹਾਂ। ਜਿੰਨੇ ਜਿੰਨੇ ਵੱਡੇ ਹੋਈ ਜਾਂਦੇ ਹਾਂ, ਆਪਣੀਆਂ ਅਕਲਾਂ ਨੂੰ ਵਰਤਣ ਲੱਗ ਪਏ ਨੇ, ਅਸੀਂ ਓਨਾ ਹੀ ਚਿੰਤਤ ਜ਼ਿਆਦਾ ਹੋ ਜਾਂਦੇ ਹਾਂ। ਬੱਚੇ ਨੂੰ ਵੇਖੋ, ਕੋਈ ਚਿੰਤਾ ਹੀ ਨਹੀਂ। ਇਹ ਨਹੀਂ ਵੀ ਕਾਰੋਬਾਰ ਦੀ ਚਿੰਤਾ ਨਾ ਹੋਵੇ, ਪਰ ਅਸੀਂ ਫਜ਼ੂਲ ਦੀਆਂ ਚਿੰਤਾਵਾਂ ਦਿਮਾਗ ਦੇ ਉੱਤੇ ਲੱਦ ਲਈਆਂ ਨੇ। ਮਹਾਰਾਜ ਕਹਿੰਦੇ ਨੇ ਚਿੰਤਤ ਹੀ ਦੀਸੈ ਸਭ ਕੋਏ। ਮੈਂ ਤਾਂ ਜਿਹਨੂੰ ਵੇਖਦਾ ਕਹਿੰਦੇ ਉਹਨੂੰ ਕੋਈ ਨਾ ਕੋਈ ਚਿੰਤਾ ਹੈ ਬਸ। ਇਸ ਕਰਕੇ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਚਿੰਤਾ ਰਹਿਤ ਬੰਦਾ ਹੈ ਉਹ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਮੰਤ ਦਾ ਮਤਲਬ ਮੰਤਰ, ਸਲਾਹ। ਉਹਦੀ ਸਲਾਹ ਜਿਹੜੀ ਆ ਨਾ ਪਵਿੱਤਰ ਕਰ ਦੇਣ ਵਾਲੀ ਹੈ। ਉਹ ਕਦੀ ਵੀ ਪੁੱਠੇ ਪਾਸੇ ਨਹੀਂ ਲਾਵੇਗਾ। ਆ ਬਾਬਿਆਂ ਨੇ ਕਈ ਬੰਦੇ ਪੁੱਠੇ ਪਾਸੇ ਲਾ ਲਏ ਨੇ। ਹਜ਼ੂਰ ਕਹਿੰਦੇ ਕਦੀ ਵੀ ਗਲਤ ਮਤ ਨਹੀਂ ਦੇਵੇਗਾ, ਉਹਦਾ ਮੰਤਰ ਹਮੇਸ਼ਾ ਨਿਰਮਲ ਹੋਵੇਗਾ। ਫਿਰ ਗੁਰੂ ਸਾਹਿਬ ਕੀ ਕਹਿ ਰਹੇ ਨੇ? ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਜਿਹਨੂੰ ਰੱਬ ਆਪ ਬ੍ਰਹਮ ਗਿਆਨੀ ਕਰ ਦਿੰਦਾ ਹੈ ਉਹੀ ਹੁੰਦਾ ਹੈ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਦਾ ਪ੍ਰਤਾਪ, ਉਹਦੀ ਮਹਿਮਾ ਬੜੀ ਵੱਡੀ ਹੈ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਮਹਾਰਾਜ ਕਹਿੰਦੇ ਬੜੇ ਵੱਡੇ ਭਾਗ ਹੋਣ ਤੇ ਇਹੋ ਜਿਹੇ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਨੇ। ਬ੍ਰਹਮ ਗਿਆਨੀ ਕਹੋ ਬਲ ਬਲ ਜਾਈਏ। ਤੇ ਜੇ ਕਿਤੇ ਦਰਸ਼ਨ ਹੋ ਜਾਂਦੇ ਨੇ ਤੇ ਐਸੇ ਮਹਾਂਪੁਰਸ਼ ਤੋਂ ਸਤਿਗੁਰੂ ਕਹਿੰਦੇ ਬਲਿਹਾਰ ਜਾਣਾ ਚਾਹੀਦਾ ਹੈ। ਇਹਨਾਂ ਦੇ ਪੈਰੀਂ ਹੱਥ ਵੀ ਲਾ ਦੇਣੇ ਚਾਹੀਦੇ ਨੇ। ਪਰ ਜਿਹੜੇ ਸਿਰਫ ਵਿਖਾਵੇ ਦੀ ਖਾਤਰੀ ਬਣ ਗਏ, ਮਰਦ ਕਹਿੰਦੇ ਨੇ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ। ਉਹਨਾਂ ਦੇ ਤੇ ਪੈਰਾਂ ਨੂੰ ਹੱਥ ਵੀ ਨਾ ਲਾਓ।
ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ, ਬ੍ਰਹਮ ਗਿਆਨੀ ਕੋ ਖੋਜੇ ਹੈ ਮਹੇਸ਼ਵਰ। ਏਡੇ ਕਮਾਲ ਦਾ ਜੀਵਨ ਹੈ ਬ੍ਰਹਮ ਗਿਆਨੀ ਦਾ, ਕਹਿੰਦੇ ਵੀ ਸਮਝ ਲਓ ਦੇਵਤੇ ਵੀ ਉਹਨੂੰ ਲੱਭਦੇ ਫਿਰਦੇ ਨੇ ਵੀ ਇਹੋ ਜਿਹੇ ਬੰਦੇ ਦਾ ਜੀਵਨ ਸਾਨੂੰ ਮਿਲ ਜਾਵੇ, ਅਸੀਂ ਪਾਰ ਹੋ ਜਾਈਏ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਕਹਿੰਦੇ ਇੰਨੇ ਗੁਣ ਨੇ ਬ੍ਰਹਮ ਗਿਆਨੀ ਦੇ ਵਿੱਚ, ਸਮਝ ਲਓ ਆਪ ਹੀ ਪਰਮੇਸ਼ਵਰ ਦਾ ਰੂਪ ਹੈ, ਜਿਹਦੇ ਨੂੰ ਦੇਵਤੇ ਵੀ ਚਾਹੁੰਦੇ ਨੇ। ਉਸ ਬ੍ਰਹਮ ਗਿਆਨੀ ਦੇ ਜੀਵਨ ਦੇ ਬਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੋਲਿਆ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਬ੍ਰਹਮ ਗਿਆਨੀ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਸਾਰੇ ਗੁਣ ਬ੍ਰਹਮ ਗਿਆਨੀ ਦੇ ਅੰਦਰ ਨੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਉਹਦੇ ਅੰਦਰ ਕਿੰਨੀ ਵਿਸ਼ਾਲਤਾ ਮਾਲਕ ਨੇ ਪਾਈ ਹੈ, ਕੌਣ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਤੇ ਮਹਾਰਾਜ ਕਹਿੰਦੇ ਉਹਨੂੰ ਤੇ ਸਿਰਫ ਨਮਸਕਾਰ ਕੀਤੀ ਜਾ ਸਕਦੀ ਹੈ, ਉਹਦੇ ਅੱਗੇ ਝੁਕਿਆ ਜਾ ਸਕਦਾ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ, ਅਦਾਖਰ ਦਾ ਮਤਲਬ ਹੋ ਗਿਆ ਅੱਧਾ ਅੱਖਰ। ਆ ਜਿਹੜਾ ਖੱਖਾ ਹੈ ਤੇ ਰਾਰਾ ਹੈ, ਖੱਖੇ ਦੇ ਪੈਰ ਦੇ ਵਿੱਚ ਯਈਆ ਅੱਖਰ ਪਿਆ ਹੋਇਆ ਹੈ, ਅਦਾਖਰ ਪੜ੍ਹਨਾ ਹੈ ਇਹਨੂੰ। ਅੱਧਾ ਅੱਖਰ ਵੀ ਉਹਦੇ ਬਾਰੇ ਨਹੀਂ ਬੋਲਿਆ ਜਾ ਸਕਦੇ, ਵੀ ਅਸੀਂ ਉਹਦੇ ਬਾਰੇ ਕੁਝ ਬੋਲਾਂਗੇ ਤੇ ਮਹਾਰਾਜ ਕਹਿੰਦੇ ਬਹੁਤ ਥੋੜ੍ਹਾ ਬੋਲਿਆ ਗਿਆ ਹੈ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਸਾਰਿਆਂ ਦਾ ਮਾਲਕ ਹੈ। ਬ੍ਰਹਮ ਗਿਆਨੀ ਕੀ ਮਿੱਤ, ਬ੍ਰਹਮ ਗਿਆਨੀ ਦਾ ਅੰਦਾਜ਼ਾ ਕੌਣ ਬਖਾਨੈ, ਕੌਣ ਕਹਿ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਆਪਣੇ ਆਪ ਦੇ ਬਾਰੇ ਆਪ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਬ੍ਰਹਮ ਗਿਆਨੀ ਕਿੰਨੀ ਵਿਸ਼ਾਲ ਹਸਤੀ ਹੈ, ਸਤਿਗੁਰੂ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਉਹਨੂੰ ਤੇ ਸਦਾ ਨਮਸਕਾਰ ਹੈ। ਆਖਰੀ ਪਦਾ ਹੈ ਇਸ ਅਸ਼ਟਪਦੀ ਦਾ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਹੁਣ ਉਹਦੇ ਵਿੱਚ ਰੱਬੀ ਗੁਣ ਆ ਗਏ, ਮਤਲਬ ਸ੍ਰਿਸ਼ਟੀ ਨੂੰ ਚੰਗਾ ਬਣਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਮਰਦ ਕਹਿੰਦੇ ਹਮੇਸ਼ਾ ਜਿਉਂਦੇ ਰਹਿਣ ਵਾਲਾ ਹੈ, ਭਾਵ ਆਤਮਿਕ ਤੌਰ 'ਤੇ ਕਦੀ ਖਤਮ ਨਹੀਂ ਹੁੰਦਾ ਹੈ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਮੁਕਤੀ ਦੀ ਜੁਗਤੀ ਦੱਸਣ ਵਾਲਾ ਹੈ ਤੇ ਸਾਡੀ ਜ਼ਿੰਦਗੀ ਦਾ ਦਾਤਾ ਹੈ, ਜੀ ਦਾਨ ਦੇਣ ਵਾਲਾ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਉਹ ਕੰਪਲੀਟ ਮਨੁੱਖ ਹੈ। ਅਸੀਂ ਅਜੇ ਮਨੁੱਖ ਤੇ ਕਹਿ ਸਕਦੇ ਹਾਂ ਵੀ ਮਨੁੱਖ ਹਾਂ, ਕਿਉਂਕਿ ਟੈਗ ਲੱਗ ਗਏ ਨੇ ਸਾਡੇ ਉੱਤੇ, ਪਰ ਅਸਲ ਦੇ ਵਿੱਚ ਪਰਮ ਮਨੁੱਖ ਤੇ ਪੂਰਨ ਮਨੁੱਖ ਇਹ ਅਜੇ ਹੋਣਾ ਹੈ, ਅਸੀਂ ਬਣਨਾ ਹੈ। ਸਾਰੀਆਂ ਕਿਤਾਬਾਂ, ਸਾਰੇ ਹਸਪਤਾਲ, ਸਾਰੀਆਂ ਗੱਲਾਂ, ਸਾਰੀਆਂ ਸੋਚਾਂ ਸਿਰਫ ਇਸ ਕਰਕੇ ਨੇ ਵੀ ਮਨੁੱਖ ਤੇ ਹਾਂ, ਪਰ ਅਸੀਂ ਕੰਪਲੀਟ ਹੋ ਸਕੀਏ। ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਜਿਹੜਾ ਹੈ ਨਾ, ਉਹ ਪੂਰਨ ਪੁਰਖ ਵਿਦਾਤਾ ਹੈ, ਪੂਰਨ ਪੁਰਖ ਹੈ, ਕੰਪਲੀਟ ਹਿਊਮਨ ਹੈ ਉਹ। ਸਤਿਗੁਰੂ ਫਿਰ ਅਗਲੀ ਗੱਲ ਕਰਦੇ ਨੇ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਅਨਾਥਾਂ ਦਾ ਨਾਥ ਹੈ, ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਮਦਦਗਾਰ ਹੈ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਉਹਦਾ ਸਾਰਿਆਂ ਦੇ ਉੱਤੇ ਹੀ ਹੱਥ ਹੈ। ਜਿੱਦਾਂ ਮਾਤਾ ਪਿਤਾ ਆਪਣੇ ਬੱਚੇ ਦੇ ਸਿਰ ਦੇ ਉੱਤੇ ਹੱਥ ਰੱਖਦੇ ਨੇ ਨਾ, ਇੱਦਾਂ ਬ੍ਰਹਮ ਗਿਆਨੀ ਦਾ ਆਸਰਾ ਤੇ ਹੌਸਲਾ ਸਾਰਿਆਂ ਨੂੰ ਹੈ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਸਤਿਗੁਰੂ ਕਹਿੰਦੇ ਨੇ ਸਾਰਾ ਸੰਸਾਰ ਜਿਹੜਾ ਹੈ ਉਹ ਬ੍ਰਹਮ ਗਿਆਨੀ ਦਾ ਆਪਣਾ ਹੀ ਹੈ। ਉਹਨੂੰ ਇਹ ਨਹੀਂ ਲੱਗਦਾ ਵੀ ਆ ਦੂਸਰੇ ਦਾ ਤੇ ਆ ਤੀਸਰੇ ਦਾ, ਉਹਨੂੰ ਲੱਗਦਾ ਵੀ ਨਹੀਂ ਸਾਰਾ ਆਪਣਾ ਹੀ ਹੈ। ਬ੍ਰਹਮ ਗਿਆਨੀ ਆਪ ਨਿਰੰਕਾਰ, ਆਪ ਹੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ, ਮਰਦ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਸ਼ੋਭਾ ਤੇ ਬ੍ਰਹਮ ਗਿਆਨੀ ਦੇ ਕੋਲ ਹੀ ਬਣ ਸਕਦੀ ਹੈ, ਆਪਣੀ ਮਹਿਮਾ ਤੇ ਉਹ ਆਪ ਹੀ ਕਰ ਸਕਦਾ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਬ੍ਰਹਮ ਗਿਆਨੀ ਸਾਰਿਆਂ ਜੀਵਾਂ ਦਾ ਧਨੀ ਹੈ, ਮਾਲਕ ਹੈ। ਮੁੱਖ ਤੌਰ ਦੇ ਉੱਤੇ ਉਹ ਵਿਚਾਰ ਹੈ, ਬੇਨਤੀ ਕਰਕੇ ਮੈਂ ਸਮਾਪਤੀ ਕਰਾਂਗਾ। ਧਾਰਮਿਕ ਤੌਰ ਦੇ ਉੱਤੇ ਕੁਝ ਸਾਡੀਆਂ ਨਾ ਅਵਸਥਾਵਾਂ ਨੇ। ਧਰਮ ਸਾਨੂੰ ਇਹ ਚੀਜ਼ਾਂ ਸਿਖਾਉਂਦਾ ਹੈ, ਕਿਤਾਬਾਂ ਸਾਨੂੰ ਪਦਵੀਆਂ ਸਿਖਾਉਂਦੀਆਂ ਨੇ ਵੀ ਆਹ ਪੜ੍ਹੋਗੇ ਆਹ ਨੌਕਰੀ ਮਿਲ ਜਾਵੇਗੀ, ਆਹ ਨੌਕਰੀ ਕਰੋਗੇ ਤੁਸੀਂ ਇਸ ਜੌਬ ਨੂੰ ਜਦੋਂ ਕਰਦੇ ਜੇ ਤੇ ਫਿਰ ਤੁਹਾਡੇ ਕੋਲ ਆਹ ਸਟੇਟਸ ਹੋਵੇਗਾ, ਤੁਸੀਂ ਇਸ ਪਦਵੀ ਦੇ ਉੱਤੇ ਪਹੁੰਚੋਗੇ। ਕਿਤਾਬਾਂ ਸਾਨੂੰ ਨੌਕਰੀ ਦਿੰਦੀਆਂ ਨੇ, ਉਹ ਪੜ੍ਹਨੀਆਂ ਚਾਹੀਦੀਆਂ ਨੇ। ਪਰ ਬੇਨਤੀ ਕਰਦੇ ਵਾਂ, ਧਰਮ ਸਾਨੂੰ ਸਾਡੇ ਇਨਰ ਪੀਸ ਦੀ ਗੱਲ ਕਰਦਾ ਹੈ। ਇਹਨੂੰ ਚੰਗੀ ਤਰ੍ਹਾਂ ਕਿਤੇ ਬਾਅਦ ਦੇ ਵਿੱਚ ਵੀ ਮੌਕਾ ਮਿਲੇ ਤੇ ਪੜ੍ਹ ਲੈਣਾ ਵੀ ਜਿਹੜੀਆਂ ਗੱਲਾਂ ਉਹਦੇ ਅੰਦਰ ਨੇ, ਬ੍ਰਹਮ ਗਿਆਨੀ ਦੇ ਅੰਦਰ, ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਬਸ ਅਸੀਂ ਕਦੀ ਸ਼ੇਅਰ ਹੀ ਨਹੀਂ ਕਰ ਪਾਉਂਦੇ ਤੇ ਜਾਂ ਅਸੀਂ ਦੱਸਦੇ ਹੀ ਨਹੀਂ ਹਾਂ ਇਹਨਾਂ ਚੀਜ਼ਾਂ ਨੂੰ, ਜਾਂ ਖਤਮ ਹੀ ਹੋ ਗਈਆਂ ਸਾਡੇ ਵਿੱਚੋਂ। ਸਤਿਗੁਰੂ ਨੇ ਕਿਹਾ ਹੈ, ਇਸ ਕਰਕੇ ਜਿਹਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ, ਉਹ ਹੈ ਬ੍ਰਹਮ ਗਿਆਨੀ। ਤੇ ਪੂਰੀ ਅਸ਼ਟਪਦੀ ਦੇ ਵਿੱਚ ਫਿਰ ਮਹਾਰਾਜ ਜੀ ਨੇ ਉਹਦੇ ਜੀਵਨ ਦੇ ਬਾਰੇ ਬੋਲਿਆ ਹੈ। ਸਤਿਗੁਰੂ ਕਿਰਪਾ ਕਰਨ, ਇਹ ਗੁਣ ਸਾਡੀ ਜ਼ਿੰਦਗੀ ਦੇ ਵਿੱਚ ਆਉਣ। ਅਗਲੀ ਅਸ਼ਟਪਦੀ ਦਾ ਖਿਆਲ ਵੀ ਇਹਨਾਂ ਧਾਰਮਿਕ ਲੋਕਾਂ ਦੇ ਬਾਰੇ ਹੈ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।